ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਸਕਰੀਨ ਤੇ ਦਰਸ਼ਨ ਕਰ ਰਹੇ ਹੋ। ਬਾਬਾ ਹਰਪਾਲ ਸਿੰਘ ਜੀ ਸਿੰਘ ਸਾਹਿਬ ਉਹ ਸਾਡੇ ਨਾਲ ਮੌਜੂਦ ਨੇ। ਪਹਿਲਾਂ ਗੁਰਫਤਿਹ ਦੀ ਸਾਂਝ ਪਾਉਂਦੇ ਆ। ਬਾਬਾ ਜੀ ਵਾਹਿਗੁਰੂ ਵਾਹਿਗੁਰੂ ਜੀ ਜੀ ਕਾ ਕਾ ਖਾਲਸਾ, ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਸਿੱਖ ਕੌਮ ਦੇ ਵਿੱਚ ਬਹੁਤ ਹੀ ਮਹਾਨ ਹਸਤੀਆਂ ਨੇ ਜਿਨ੍ਹਾਂ ਦੇ ਵਿੱਚ ਬਾਬਾ ਜੀ ਦਾ ਨਾਮ ਆਉਂਦਾ ਹੈ, ਤੇ ਸੰਗਤ ਟੈਲੀਵਿਜ਼ਨ ਦੇ ਉੱਪਰ ਬੇਨਤੀ ਸਵੀਕਾਰ ਕਰਦੇ ਹੋਏ ਅੱਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਸੰਬੰਧੀ, ਵਿਆਹ ਪੁਰਬ ਦੇ ਬਾਬਤ ਗੁਰਮਤਿ ਵਿਚਾਰਾਂ ਕਰਨੀਆਂ ਨੇ। ਤੇ ਨਾਲ ਹੀ ਨਾਲ ਵੱਡੇ ਮਹਾਂਪੁਰਖ ਬਾਬਾ ਜੀ ਵਰਿਆਮ ਸਿੰਘ ਜੀ, ਉਹਨਾਂ ਦੇ ਜੀਵਨ ਦੇ ਬਾਬਤ ਵੀ ਅਸੀਂ, ਕਿਉਂਕਿ ਜੋ ਗ੍ਰਹਿਸਥ ਦਾ ਜੀਵਨ ਹੈ ਉਹਦੀ ਗੁਰਮਤਿ ਦੇ ਵਿੱਚ ਕੀ ਅਹਿਮੀਅਤ ਹੈ, ਉਸ ਦੇ ਬਾਬਤ ਸਾਰੀ ਜਿਹੜੀ ਗੁਰਮਤਿ ਵਿਚਾਰ ਅਸੀਂ ਬਾਬਾ ਜੀ ਦੇ ਮੁਖ ਤੋਂ ਸਰਵਣ ਕਰਾਂਗੇ। ਗੁਰੂ ਪਿਆਰਿਓ, ਜੇਕਰ ਗੱਲ ਕੀਤੀ ਜਾਵੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਵਿਆਹ ਪੁਰਬ 1478 ਈਸਵੀ ਦੇ ਵਿੱਚ ਲਗਭਗ 536ਵਾਂ ਜਿਹੜਾ ਵਿਆਹ ਪੁਰਬ ਮਨਾਇਆ ਜਾ ਰਿਹਾ ਬੜੀ ਧੂਮਧਾਮ ਦੇ ਨਾਲ। ਤੇ ਸੱਚੇ ਪਾਤਸ਼ਾਹ ਜੀ ਦੀ ਜਿਹੜੇ ਵਿਆਹ ਪੁਰਬ ਦੇ ਸੰਬੰਧੀ ਉਸ ਸਮੇਂ ਦਾ ਜਿਹੜਾ ਇਤਿਹਾਸ ਸੀ, ਉਸ ਸਮੇਂ ਦਾ ਜਿਹੜਾ ਰੰਗ ਸੀ, ਕਿਸ ਤਰ੍ਹਾਂ ਦੀ ਬਰਾਤ ਸੀ, ਸਾਧੂ ਫਕੀਰ ਜਨ ਕਿਸ ਤਰ੍ਹਾਂ ਬਰਾਤ ਦੇ ਵਿੱਚ ਸ਼ਾਮਲ ਹੋਏ ਸਨ, ਉਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਵਰਤਾਰੇ ਮਹਾਂਪੁਰਖਾਂ ਨੇ ਵਰਤਾਏ ਸਨ, ਉਹ ਸਾਰੇ ਸਰਵਣ ਕਰਾਂਗੇ। ਤੇ ਨਾਲ ਦੀ ਨਾਲ ਗ੍ਰਹਿਸਥ ਦਾ ਜੋ ਮਾਰਗ ਹੈ, ਜਿਵੇਂ ਬਾਬਾ ਵਰਿਆਮ ਸਿੰਘ ਜੀ ਨੇ ਪ੍ਰੈਕਟੀਕਲ ਕਰਕੇ ਵਿਖਾਇਆ ਕਿ ਗ੍ਰਹਿਸਥ ਜੀਵਨ ਕਿਸ ਤਰ੍ਹਾਂ ਖੂਬਸੂਰਤੀ ਦੇ ਨਾਲ ਜੀਆ ਜਾ ਸਕਦਾ ਹੈ, ਉਹ ਸਾਰੇ ਕਿਉਂਕਿ ਮਹਾਂਪੁਰਖਾਂ ਦੀ ਸੰਗਤ ਬਾਬਾ ਹਰਪਾਲ ਸਿੰਘ ਜੀ ਨੇ ਰੰਗ ਮਾਣਿਆ। ਤੇ ਅਸੀਂ ਉਹੀ ਪ੍ਰਵਚਨ ਤੁਹਾਡੇ ਤੱਕ ਲੈ ਕੇ ਆਵਾਂਗੇ, ਉਹੀ ਰੰਗ ਜਿਹੜਾ ਅਸੀਂ ਵੀ ਮਾਣ ਸਕੀਏ। ਮਹਾਂਪੁਰਖਾਂ ਦੇ ਜਿਹੜੇ ਦੱਸੇ ਹੋਏ ਬਚਨ ਨੇ ਉਹਨਾਂ ਨੂੰ ਜੀਵਨ ਦੇ ਵਿੱਚ ਅਪਣਾ ਕੇ ਅਸੀਂ ਆਪਣਾ ਜਿਹੜਾ ਜੀਵਨ ਹੈ ਉਹ ਸਫਲਾ ਕਰ ਸਕੀਏ। ਬਾਬਾ ਜੀ, ਸਭ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹਾ ਇਤਿਹਾਸ ਦੇ ਤੁਹਾਡੇ ਮੁਖਾਰਬਿੰਦ ਤੋਂ ਜਾਣਨਾ ਚਾਹਾਂਗੇ। ਸੱਚੇ ਪਾਤਸ਼ਾਹ ਜੀ ਦੇ ਵਿਆਹ ਦਾ ਜਿਹੜਾ ਪੁਰਬ ਆ ਉਸ ਬਾਬਤ ਆਪ ਜੀ ਸੰਗਤਾਂ ਨੂੰ ਪ੍ਰਵਚਨ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜੀ ਨੂੰ ਦੱਸਿਆ ਹੈ ਕਿ 1478 ਈਸਵੀ ਦੇ ਵਿੱਚ ਗੁਰੂ ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਪੁਰਬ ਹੋਏ ਹਨ ਤੇ ਅੱਜ 536ਵਾਂ ਇਹ ਮਨਾਇਆ ਜਾ ਰਿਹਾ ਹੈ। ਇਹ ਪੁਰਬ ਦੇ ਉੱਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਤੇ ਜੋ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਗ੍ਰਸਥ ਆਸ਼ਰਮ, ਕਿਉਂਕਿ ਗੁਰੂ ਬਾਬਾ ਜੀ ਨੇ ਇਸ ਨੂੰ ਪ੍ਰਵਾਨਗੀ ਦਿੱਤੀ ਹੈ। 4 ਆਸ਼ਰਮ ਹਨ ਜਿਨ੍ਹਾਂ ਦੇ ਵਿੱਚ ਸ਼ੁਰੂਆਤ ਦੇ ਵਿੱਚ ਜਨਮ ਸੰਸਕਾਰ ਹੁੰਦਾ ਹੈ, ਫਿਰ ਉਸ ਤੋਂ ਬਾਅਦ ਅੰਮ੍ਰਿਤ ਸੰਸਕਾਰ ਗੁਰੂ ਧਾਰਨ ਦਾ ਹੁੰਦਾ ਹੈ, ਉਸ ਤੋਂ ਬਾਅਦ ਫਿਰ ਗ੍ਰਸਥ ਆਸ਼ਰਮ ਦੇ ਬਾਅਦ ਫਿਰ ਜਿਵੇਂ ਕਿ ਅੱਗੇ ਹੁੰਦਾ ਸੀ ਸੰਨਿਆਸ, ਬਾਣਪ੍ਰਸਥ ਹੁੰਦਾ ਸੀ, ਉਸ ਤੋਂ ਬਾਅਦ ਸੰਨਿਆਸ ਜੀ। ਤੇ ਇਸ ਤਰ੍ਹਾਂ 4 ਆਸ਼ਰਮ ਸਨ। ਪਰ ਗੁਰੂ ਬਾਬਾ ਜੀ ਨੇ ਇੱਕ ਗੁਰਸਿੱਖ ਨੂੰ ਸਾਰੇ ਗੁਣ ਉਸ ਦੇ ਵਿੱਚ ਭਰਨ ਵਾਸਤੇ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਥ ਮੈਂ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ। ਪਾਤਸ਼ਾਹ ਜੀ ਨੇ ਪ੍ਰੈਕਟੀਕਲੀ ਅਮਲੀ ਤੌਰ 'ਤੇ ਆਪਣਾ ਜੀਵਨ ਜੀਉ ਕੇ ਦਿਖਾਇਆ। ਜੇ ਬਚਪਨ 'ਚ ਉਹਨਾਂ ਨੂੰ ਪੜ੍ਹਨ ਭੇਜਿਆ ਤਾਂ ਉਹਨਾਂ ਦੇ ਫੱਟੀ ਦੇ ਉੱਤੇ ਜਦੋਂ ਲਿਖਿਆ ਗਿਆ ਓਮ ਸਿद्धं ਤਾਂ ਇਸ ਦਾ ਅਰਥ ਜਦੋਂ ਉਸ ਪਾਦੇ ਨੂੰ ਪੁੱਛਿਆ ਤਾਂ ਉਹ ਦੱਸ ਨਾ ਸਕਿਆ। ਉਸ ਸਮੇਂ ਆਪ ਜੀ ਨੂੰ ਬ੍ਰਹਮ ਗਿਆਨ ਦਾ ਉਪਦੇਸ਼ ਉਸ ਪਾਦੇ ਪ੍ਰਥਾਏ ਆਇਆ ਜੋ ਪੱਟੀ ਲਿਖੀ ਦੇ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਦੇ ਨਾਲ ਉਸ ਤੋਂ ਬਾਅਦ ਜਦੋਂ ਬੱਚਾ ਪੜ੍ਹੇ ਨਾ, ਉਹਨੂੰ ਫਿਰ ਡੰਗਰ ਚਾਰਨ ਭੇਜਦੇ ਨੇ। ਗੁਰੂ ਬਾਬਾ ਜੀ ਨੂੰ ਵੀ ਉਸੇ ਤਰ੍ਹਾਂ ਭੇਜਿਆ ਗਿਆ, ਪਰ ਉਹਨਾਂ ਨੇ ਆਪ ਇੰਨੀ ਲਿਵ ਲੱਗ ਗਈ ਕਿ ਉਹ ਡੰਗਰ ਚਰਾਉਣ ਦੀ, ਕਿਉਂਕਿ ਉਹਨਾਂ ਦੀ ਡਿਊਟੀ ਨਹੀਂ ਸੀ ਤੇ ਦੂਜੇ ਖੇਤਾਂ ਵਿੱਚ ਚਰ ਗਏ, ਰਾਏ ਬਲਾਰ ਦੀ ਭਾਵਨਾ ਸੀ, ਉਹਨਾਂ 'ਚ ਉਨੀ ਉਹ ਬਰਕਤ ਪਈ। ਤੇ ਇਸੇ ਤਰ੍ਹਾਂ ਫਿਰ ਸੱਚਾ ਸੌਦਾ ਵਣਜ ਵਪਾਰ ਦੇ ਵਿੱਚ ਵੀ ਉਹਨਾਂ ਨੇ 13 ਆਖ ਕੇ ਇਹ ਸਾਰਾ ਮੋਦੀ ਖਾਨਾ ਉਸ ਦੇ ਨਾਮ ਦੇ ਉੱਤੇ ਲੁਟਾ ਦਿੱਤਾ, ਕਿਉਂਕਿ ਅਸਲ ਦੇ ਵਿੱਚ ਤਾਂ ਰਾਮ ਨਾਮ ਦੀ ਲੁੱਟ ਪਾਉਣ ਵਾਸਤੇ ਉਹਨਾਂ ਨੇ ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਇਸ ਵਾਸਤੇ ਉਹਨਾਂ ਨੇ ਇਹ ਰਸਤਾ ਦਰਸਾਇਆ। ਜਦੋਂ ਸੁਲਤਾਨਪੁਰ ਲੋਧੀ ਵਿਖੇ ਆਪ ਜੀ ਨੂੰ ਭਈਆ ਰਾਮ ਜੀ ਬੇਬੇ ਨਾਨਕੀ ਜੀ ਕੋਲ ਲਿਜਾਇਆ ਗਿਆ, ਉੱਥੇ ਵੀ ਇਸੇ ਤਰ੍ਹਾਂ ਦੀ ਉਹਨਾਂ ਦੀ ਕਾਰ ਸੀ। 13 ਕਹਿ ਕੇ ਸਾਰਾ ਇਸ ਤਰ੍ਹਾਂ, ਕਿਉਂਕਿ ਜਿਵੇਂ ਅੱਜ ਵੱਡੇ ਹੁੰਦੇ ਨੇ ਮਿਨਿਸਟਰ ਬਣਦੇ ਨੇ ਫੂਡ ਸਪਲਾਈ, ਐਡਾ ਵੱਡਾ ਅਹੁਦਾ ਉਹਨਾਂ ਨੂੰ ਦਿੱਤਾ ਗਿਆ ਸੀ ਜੀ। ਤੇ ਉਸ ਦੇ ਵਿੱਚ ਆਪ ਆਪਣੇ ਹੱਥੀਂ ਕਿਰਤਕਾਰ ਕਰਨ ਨੂੰ ਅਹਿਮੀਅਤ ਦਿੰਦੇ ਸਨ
ਤੇ ਤੋਲਣ ਲੱਗ ਜਾਂਦੇ ਸਨ ਤੇ ਤੋਲਣ ਦੇ ਵਿੱਚ 13 13 ਹੀ ਕਹੇ ਜਾਂਦੇ ਸਨ। ਇਸ ਤਰ੍ਹਾਂ ਦੇ ਨਾਲ ਫਿਰ ਆਪ ਜੀ ਦਾ ਵਿਆਹ ਹੋਇਆ, ਕਿਉਂਕਿ ਜਦੋਂ ਇਸ ਤਰ੍ਹਾਂ ਬੇਬੇ ਨਾਨਕੀ ਜੀ ਦੇ ਜ਼ੋਰ ਪਾਉਣ 'ਤੇ ਆਪ ਜੀ ਦਾ ਮੂਲੇ ਚੌਣਾ ਖੱਤਰੀ ਜੋ ਕਿ ਸੀ, ਉਹਨਾਂ ਦੇ ਘਰ ਆ ਬਟਾਲਾ ਸਾਹਿਬ ਜਿੱਥੇ ਅੱਜ ਵੀ ਪੁਰਬ ਮਨਾਏ ਜਾ ਰਹੇ ਹਨ, ਜੀ ਆਪ ਜੀ ਬਰਾਤ ਲੈ ਕੇ ਗਏ ਤੇ ਉੱਥੇ ਫਿਰ ਜਦੋਂ ਵਿਆਹ ਹੋਣ ਲੱਗਿਆ, ਕਿਉਂਕਿ ਪਹਿਲੇ ਸਮਿਆਂ 'ਚ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਬੇਦੀ ਗੱਡ ਲਈ ਜਾਂ ਫਿਰ ਅੱਗ ਦੀ ਪਰਿਕਰਮਾ ਕੀਤੀ, ਫੇਰੇ ਲਏ ਜਾਂਦੇ ਸਨ। ਪਰ ਗੁਰੂ ਬਾਬਾ ਜੀ ਨੇ ਉਸ ਸਮੇਂ ਆਪਣੇ ਹਸਤ ਕਮਲਾਂ ਤੋਂ ਮੂਲ ਮੰਤਰ ਲਿਖ ਕੇ ਚੌਂਕੀ ਦੇ ਉੱਤੇ ਰੱਖਿਆ ਤੇ ਉਸ ਦੀ ਪਰਿਕਰਮਾ ਲਈ। ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਜਿਹੜੇ ਵਹਿਮ ਭਰਮ ਸਨ ਕਿ ਇਸ ਤਰ੍ਹਾਂ ਨਾਮ ਨਾਲ ਬਾਣੀ ਨਾਲ ਜੋੜਨ ਦਾ ਹਰ ਕਾਰਜ ਆਨੰਦ ਕਾਰਜ, ਫਿਰ ਅੱਗੇ ਲਾਵਾਂ ਜੋ ਸ਼ੁਰੂ ਹੋਈਆਂ, ਇਸ ਤਰ੍ਹਾਂ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਪਰੰਪਰਾ ਸ਼ੁਰੂ ਕੀਤੀ। ਸੋ ਇਹ ਵਿਆਹ ਆਨੰਦ ਕਾਰਜ ਇਸ ਤਰ੍ਹਾਂ ਗੁਰੂ ਬਾਬਾ ਜੀ ਦਾ ਹੋਇਆ। ਤੇ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਬੱਚੇ ਵੀ ਹੋਏ, ਪਰ ਉਹਨਾਂ ਨੇ ਇਹਦੇ ਵਿੱਚ ਇਹ ਸਿਧਾਂਤ ਲਿਆਂਦਾ, ਸੋ ਗਿਰਹੀ ਜੋ ਨਿਗ੍ਰਹਿ ਕਰੇ, ਜਪ ਤਪ ਸੰਜਮ ਪਿੱਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਇਸ ਤਰ੍ਹਾਂ ਦੇ ਨਾਲ ਕਿ ਡਿਟੈਚਡ ਰਹਿਣਾ, ਰਾਗ ਹੁੰਦਾ ਕਿ ਉਹਦੇ ਨਾਲ ਅਟੈਚਮੈਂਟ ਹੋ ਜਾਣਾ, ਵੈਰਾਗ ਹੁੰਦਾ ਕਿ ਡਿਟੈਚਡ ਹੋ ਜਾਣਾ। ਸਭ ਕੁਝ ਕਰਦੇ ਹੋਏ, ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਆਪ ਜੀ ਨੇ ਜੋ ਦਰਗਾਹੀ ਜ਼ਿੰਮੇਵਾਰੀ ਸੀ ਉਹ ਨਿਭਾਉਣ ਵਾਸਤੇ ਬੇਬੇ ਨਾਨਕੀ ਜੀ ਨੂੰ ਬਾਬਾ ਸ੍ਰੀ ਚੰਦ ਜੀ ਤੇ ਲక్ష్ਮੀ ਚੰਦ ਜੀ ਨੂੰ ਸੌਂਪ ਦਿੱਤਾ ਤੇ ਇਹ ਡਿਊਟੀ ਸਾਰੀ ਉਹਨਾਂ ਨੇ ਸੰਭਾਲੀ, ਬੇਬੇ ਜੀ ਨੇ ਤੇ ਆਪ ਜੀ ਨੇ 4 ਉਦਾਸੀਆਂ ਧਾਰਨ ਕੀਤੀਆਂ। ਜੀ ਬਾਬਾ ਜੀ, ਜੇਕਰ ਗੱਲ ਕੀਤੀ ਜਾਵੇ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀ ਆਨੰਦ ਕਾਰਜ ਜੀ ਨੇ, ਆਪ ਜੀ ਨੇ ਬਚਪਨ ਤੋਂ ਲੈ ਕੇ ਵਿਆਹ ਪੁਰਬ, ਉਸ ਤੋਂ ਬਾਅਦ 2 ਬਾਬਾ ਜੀ ਦੇ ਸੰਤਾਨ ਦੇ ਰੂਪ 'ਚ ਬੱਚੇ ਵੀ ਜਿਹੜੇ ਅਸੀਂ ਗ੍ਰਹਿਸਤ ਦੇ ਵਿੱਚ ਵੇਖਦੇ ਹਾਂ, ਤੇ ਬੇਬੇ ਨਾਨਕੀ ਦੇ ਨਾਲ ਪਿਆਰ ਮੁਹੱਬਤ ਅਟੈਚਮੈਂਟ ਵੀ ਅਸੀਂ ਵੇਖਦੇ ਹਾਂ। ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਦੇ ਰਿਸ਼ਤੇ ਅਸੀਂ ਵੇਖਦੇ ਹਾਂ, ਪਰਿਵਾਰ ਦੇ ਵਿੱਚ ਵੱਖ-ਵੱਖ ਰਿਸ਼ਤੇ ਹੁੰਦੇ ਨੇ, ਮਾਂ ਦਾ, ਭੈਣ ਦਾ, ਪਿਓ ਦਾ, ਮਾਤਾ ਦਾ। ਤੇ ਇਹਨਾਂ ਰਿਸ਼ਤਿਆਂ ਦੇ ਵਿੱਚ ਅਸੀਂ ਵੇਖਿਆ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਕਲਯੁਗ ਦਾ ਭਿਆਨਕ ਸਮਾਂ ਹੈ, ਇਸ ਦੇ ਵਿੱਚ ਬੜੇ ਖਿਲਵਾੜ ਜਿਹੜੇ ਪੈਂਦੇ ਨੇ, ਬੜੇ ਕਲੇਸ਼ ਅਸੀਂ ਘਰਾਂ ਦੇ ਵਿੱਚ ਵੇਖਦੇ ਨੇ। ਤੇ ਪਰ ਅਸੀਂ ਗੁਰਬਾਣੀ ਤੋਂ ਕੀ ਸੇਧ ਲੈ ਸਕਦੇ ਹਾਂ? ਸੱਚੇ ਪਾਤਸ਼ਾਹ ਸਾਨੂੰ ਕਿਵੇਂ ਕਲੇਸ਼ਾਂ ਤੋਂ ਬਚਾ ਸਕਦਾ ਹੈ? ਇਹ ਜਿਹੜਾ ਪ੍ਰਭ ਕੇ ਸਿਮਰਨ ਜਿਵੇਂ ਹੁੰਦਾ ਨਾ, ਆਪਾਂ ਸੁਖਮਨੀ ਸਾਹਿਬ 'ਚ ਵੀ ਪੜ੍ਹਦੇ ਹਾਂ ਵੀ ਇਹ ਜਿਹੜੇ ਕਲੇਸ਼ ਹਨ, ਕਾਲਾ ਕਲੇਸ਼ ਉਸ ਸਮੇਂ ਆਉਂਦੇ ਨੇ ਜਦੋਂ ਆਪਾਂ ਨਾਮ ਤੋਂ ਦੂਰ ਚਲੇ ਜਾਂਦੇ ਹਾਂ, ਬਾਣੀ ਤੋਂ ਦੂਰ ਚਲੇ ਜਾਂਦੇ ਹਾਂ। ਜਦੋਂ ਇਸ ਤਰ੍ਹਾਂ ਨਾਮ ਨਾਲ ਜੁੜ ਗਏ, ਬਿਗਨ ਬਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਇਹ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਉਹ ਫਿਰ ਘਰ ਵਿੱਚ ਵੀ ਜਿਹੜਾ ਇਹ ਸਰੀਰ ਰੂਪੀ ਘਰ ਹੈ, ਇਸ ਵਾਸਤੇ ਆ ਕੁੱਲੀ ਜੁੱਲੀ ਗੁੱਲੀ 3 ਹੁੰਦੀਆਂ ਲੋੜਾਂ, ਇਹ ਹਰ ਇੱਕ ਦੀਆਂ ਹੀ ਹਨ। ਪਰ ਇਹਨਾਂ ਦੇ ਵਿੱਚ ਰਹਿ ਕੇ ਵੀ ਜਦੋਂ ਅਸੀਂ ਪਰਮੇਸ਼ਰ ਦੇ ਨਾਮ ਨਾਲ ਜੁੜੀ ਜਾਂਦੇ ਹਾਂ, ਹੱਥ ਕਾਰ ਵੱਲ, ਚਿੱਤ ਨਿਰੰਕਾਰ ਵੱਲ ਲਾਈ ਰੱਖਦੇ ਹਾਂ, ਫਿਰ ਇਹ ਇੱਕ ਸਾਰਾ ਸੰਸਾਰ ਜੋ ਹੈ ਇਹਦੇ ਵਿੱਚ ਵਿਚਰਦੇ ਹੋਏ ਇੱਕ ਜਿਵੇਂ ਜੈਸਾ ਸੁਪਨਾ ਰੈਣ ਕਾ ਤੈਸਾ ਸੰਸਾਰ, ਇਸ ਤਰ੍ਹਾਂ ਦੇ ਨਾਲ ਸਮਝਦੇ ਹੋਏ, ਡਿਊਟੀ ਜ਼ਰੂਰੀ ਨਿਭਾਉਂਦੇ ਹੋਏ, ਫਰਜ਼ ਨਿਭਾਉਂਦੇ ਹੋਏ, ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਇਹਦੇ ਵਿੱਚ ਆਪਣਤ ਨਾ ਰੱਖਣੀ, ਫਸਣਾ ਨਾ, ਕਿਉਂਕਿ ਫਾਸਨ ਕੀ ਵਿਦ ਸਭ ਕੋ ਜਾਣੇ ਛੂਟਣ ਕੀ ਇੱਕ ਕੋਏ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਕਿ ਜਿਹੜਾ ਹੈ ਲੋਕ ਕਟੰਬ ਸਭੂ ਤੇ ਤੋੜੇ ਤੋਂ ਆਪਨ ਵੇਡੀ ਆਵੇ। ਇਹ ਹੁੰਦਾ ਸਿਧਾਂਤ ਕਿ ਸਭ ਕੁਝ ਕਰਦੇ ਹੋਏ ਉਸ ਤੋਂ ਡਿਟੈਚਡ ਰਹਿਣਾ। ਜਦੋਂ ਅਸੀਂ ਉਸ ਦਾ ਸਮਝ ਕੇ ਕਰਦੇ ਹਾਂ, ਫਿਰ ਕੋਈ ਕਾਲਾ ਕਲੇਸ਼ ਦੁੱਖ ਨਹੀਂ ਆਉਂਦਾ, ਸੁੱਖ ਹੀ ਆਉਂਦਾ। ਦੁੱਖ ਵੀ ਜੇ ਆਉਂਦਾ ਉਹਦੇ ਪਿੱਛੇ ਸੁੱਖ ਆ ਜਾਂਦਾ, ਦੁੱਖ ਦਾਰੂ ਸੁੱਖ ਰੋਗ ਪਿਆ। ਸੋ ਇਸ ਵਾਸਤੇ ਗੁਰੂ ਬਾਬਾ ਜੀ ਨੇ ਜਦੋਂ ਇਹ ਸਿਧਾਂਤ ਲਿਆਂਦਾ ਕਿ ਹੈ ਤਾਂ ਸਾਰਾ ਸੰਸਾਰ ਹੀ ਦੁਖੀ, ਨਾਨਕ ਦੁਖੀਆ ਸਭ ਸੰਸਾਰ। ਇਸ ਕਰਕੇ ਵੱਡੇ ਵੱਡੇ ਜਿਹੜੇ ਮਹਾਂਪੁਰਸ਼ ਸਨ ਉਹ ਸਾਰੇ ਇਹਨੂੰ ਸੰਸਾਰ ਨੂੰ ਛੱਡ ਕੇ ਚਲੇ ਜਾਂਦੇ। ਜਦੋਂ ਸਿੱਧ ਗੋਸ਼ਟ ਹੋਈ, ਉਹਨਾਂ ਨੇ ਇਹੀ ਸਵਾਲ ਪੁੱਛਿਆ, ਕਿਤ ਕਿਤ ਵਿਦ ਜਗ ਉਪਜੇ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਈ। ਮਹਾਰਾਜ ਜੀ ਨੇ ਉਹਦਾ ਜਵਾਬ ਦਿੱਤਾ ਕਿ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰੈ ਦੁੱਖ ਪਾਈ, ਕਿ ਨਾਮ ਨੂੰ ਭੁੱਲ ਕੇ ਦੁੱਖ ਪਾਉਂਦੇ ਨੇ। ਇਸ ਕਰਕੇ ਜਦੋਂ ਨਾਮ ਚਿੱਤ ਆ ਜਾਵੇ, ਫਿਰ ਉਹ ਭਾਣਾ ਮੰਨਣ ਦਾ ਬਲ ਮਿਲਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਇਸ ਤਰ੍ਹਾਂ ਦੇ ਨਾਲ ਗੁਰੂ ਬਾਬਾ ਜੀ ਨੇ ਇਹ ਸਿਧਾਂਤ ਲਿਆਂਦਾ। ਸਿੱਧਾਂ ਦਾ ਸਵਾਲ ਸੀ ਕਿ ਇਹ ਦੁਨੀਆ ਜਿਹੜੀ ਹੈ, ਨਾਨਕ ਦੁਨੀਆ ਦੁੱਤਰ ਕਹੀ ਹੈ ਕਿਉਂ ਕਰ ਪਾਈ ਹੈ ਪਾਰੋ।
ਵੀ ਤੁਸੀਂ ਕਹਿੰਦੇ ਹੋ ਕਿ ਗ੍ਰਸਤ ਦੇ ਵਿੱਚ ਹੀ ਅਸੀਂ ਪਾਰ ਲਾਉਣੇ ਆ, ਗ੍ਰਸਤ 'ਚ ਰਹਿੰਦੇ ਹੋਏ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਕਿਵੇਂ ਪਾਰ ਲੱਗ ਸਕਦੇ ਹਨ। ਇਸ ਤਰ੍ਹਾਂ ਦੇ ਬਾਬਾ ਜੀ ਨੇ ਕਿਹਾ ਕਿ ਇਹਨਾਂ ਨੂੰ ਫੇਰ ਗੁਰਮੁਖਾਂ ਦੀ ਸੰਗਤ ਪਾਰ ਲਾਊ। ਕਲਯੁਗ ਨਾਨਕ ਨਾਮ ਸਿਖਾਲਾ, ਸਤਸੰਗ ਕਰਨਗੇ, ਸਤਸੰਗ 'ਚ ਨਾਮ ਨਾਲ ਜੁੜਨਗੇ। ਨਾਮ ਸਭ ਦੇ ਅੰਦਰ ਹੈ, ਅੰਦਰ ਪਰਮ ਸ਼ਾਂਤੀ ਹੈ, ਆਨੰਦ ਹੈ। ਸਭ ਕੁਝ ਕਰਦੇ ਕਰਦੇ ਜਦੋਂ ਇਨਸਾਨ ਅੰਦਰ ਨੂੰ ਰਸਤਾ ਅਖਤਿਆਰ ਕਰਦਾ, ਆਤਮ ਮਾਰਗ, ਉਸ ਸਮੇਂ ਇਹਨੂੰ ਸੁਖ ਸ਼ਾਂਤੀ ਮਿਲ ਜਾਂਦੀ ਹੈ ਜੀ। ਤੇ ਜੇਕਰ ਬਾਬਾ ਜੀ ਗੱਲ ਕੀਤੀ ਜਾਵੇ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ, ਅਸੀਂ ਥੋੜ੍ਹਾ ਜਿਹਾ ਸਮਾਂ ਹੋਰ ਲਵਾਂਗੇ ਜੀ। ਉਸ ਤੋਂ ਬਾਅਦ ਇੱਕ ਜਾਂ ਦੋ ਹੋਰ ਤੁਹਾਡੇ ਨਾਲ ਗੁਰਮਤਿ ਵਿਚਾਰਾਂ ਜਿਹੜੀਆਂ ਅਸੀਂ ਲਵਾਂਗੇ। ਸੱਚੇ ਪਾਤਸ਼ਾਹ ਜੀ ਦੇ ਵਿਆਹ ਦੇ ਵਿੱਚ ਅਜੀਤਾ ਰੰਧਾਵਾ ਜਿਹੜਾ ਕਿ ਪਰਗਨੇ ਦਾ ਮੁਖੀ ਸੀ, ਉਸ ਤੋਂ ਇਲਾਵਾ ਨਵਾਬ ਜਿਹੜੇ ਆਉਂਦੇ ਨੇ, ਉਸ ਤੋਂ ਇਲਾਵਾ ਅਨੇਕਾਂ ਹੀ ਸ਼ਖਸੀਅਤਾਂ ਜਿਹੜੀਆਂ ਅਮੀਰ ਤੋਂ ਅਮੀਰ ਅਤੇ ਗਰੀਬ ਤੋਂ ਗਰੀਬ ਸਾਧੂ ਸੰਤਾਂ ਦੇ ਨਾਲ ਜਿਹੜੀ ਸੱਚੇ ਪਾਤਸ਼ਾਹ ਜੀ ਦਾ ਪਿਆਰ ਸੀ, ਸਾਰਿਆਂ ਨੂੰ ਉਹ ਇਨਵਾਈਟ ਕਰਦੇ ਨੇ। ਅਤੇ ਬਾਬਾ ਜੀ ਜਿਹੜਾ ਉੱਥੇ ਦਾ ਇਤਿਹਾਸ ਹੈ, ਅਤੇ ਅੱਜ ਦੇਖੋ ਦੋ ਤਰ੍ਹਾਂ ਦੀ ਵਿਚਾਰਧਾਰਾ ਚੱਲਦੀ ਹੈ। ਅਤੇ ਇਸ ਯੁੱਗ ਦੇ ਵਿੱਚ ਜਿਹੜੀ ਗੁਰੂ ਦੇ ਉੱਪਰ ਸ਼ੰਕਾਵਾਦੀ ਮਨੁੱਖ ਵੀ ਹੁੰਦੇ ਹਨ, ਜਿਹਦੇ ਵਿੱਚ ਜਿਵੇਂ ਕੰਧ ਸਾਹਿਬ ਦਾ ਇਤਿਹਾਸ ਹੈ ਜਾਂ ਸਾਡੇ ਸੱਚੇ ਪਾਤਸ਼ਾਹ ਜੀ ਦਾ ਪੰਜਾ ਸਾਹਿਬ ਦਾ ਇਤਿਹਾਸ ਹੈ। ਅਤੇ ਇਸ ਦੇ ਬਾਬਤ ਕਈ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਆਪਣੇ ਆਪ ਨੂੰ ਕਹਾਉਂਦੇ ਨੇ, ਅਖੌਤੀ ਜਿਹੜੇ ਵਿਦਵਾਨ ਨੇ, ਉਹ ਕਈ ਵਾਰ ਸ਼ੰਕੇ ਖੜੇ ਕਰ ਦਿੰਦੇ ਨੇ ਕਿ ਗੁਰਮਤਿ ਦੇ ਵਿੱਚ ਕਰਾਮਾਤ ਦਾ ਕੋਈ ਸਿਧਾਂਤ ਨਹੀਂ ਹੈਗਾ। ਪਰ ਗੁਰਬਾਣੀ ਕਰਾਮਾਤ ਦੇ ਬਾਬਤ ਕੀ ਕਹਿੰਦੀ ਹੈ, ਅਤੇ ਸੱਚੇ ਪਾਤਸ਼ਾਹ ਜੀ ਦੀ ਜੋ ਇਹ ਰਹਿਮਤਾਂ ਕੀਤੀਆਂ ਸਨ ਸੰਸਾਰ ਦੇ ਉੱਪਰ, ਇਹਨਾਂ ਨੂੰ ਆਪ ਜੀ ਕਿਵੇਂ ਵੇਖਦੇ ਹੋ? ਕੰਧ ਦਾ ਇਤਿਹਾਸ ਥੋੜ੍ਹਾ ਜਿਹਾ ਸੰਗਤਾਂ ਦੇ ਨਾਲ ਚਾਨਣ ਪਾਇਆ ਜਾਵੇ। ਇਸ ਤਰ੍ਹਾਂ ਦੇ ਨਾਲ ਜਿਹੜਾ ਇਤਿਹਾਸ ਹੈ, ਇਹਦੀ ਜੋ ਵੀ ਇਤਿਹਾਸ ਦੀ ਇੱਕ ਤਰ੍ਹਾਂ ਦੇ ਨਾਲ ਜੋ ਵੀ ਅਸਾਂ ਕੋਈ ਵੀ ਕਰਦੇ ਹਾਂ ਗੱਲ, ਉਹਦੇ ਪਿੱਛੇ ਫੈਕਟਸ ਹੁੰਦਾ ਕਿ ਇਹਦੇ ਪਿੱਛੇ ਕੀ ਅਸਲੀਅਤ ਹੈ। ਇਸ ਵਾਸਤੇ ਜਿਹੜਾ ਜੋ ਵੀ ਇਤਿਹਾਸ ਹੈ, ਜਦੋਂ ਅਸੀਂ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਉਹਨੂੰ ਮੰਨਦੇ ਹਾਂ, ਉਹ ਇਤਿਹਾਸ ਮੰਨਣਯੋਗ ਹੋ ਜਾਂਦਾ ਹੈ। ਇਸ ਤਰ੍ਹਾਂ ਸਤਿਗੁਰ ਮੇਰਾ ਮਾਰਜ ਵਾਲੇ ਸਤਿਗੁਰ ਸਮਰੱਥ ਹਨ, ਇਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਇਹ ਗੁਰੂ ਨਾਨਕ ਲੀਲਾ ਹੈ। ਜੇ ਇਸ ਤਰ੍ਹਾਂ ਦੇ ਨਾਲ ਵਿਆਹ ਦੇ ਵਿੱਚ ਜਦੋਂ ਤੁਸੀਂ ਦੱਸਿਆ ਹੈ, ਜਿਵੇਂ ਉਹਦੇ ਵਿੱਚ ਸਾਰੇ ਗਰੀਬ ਤੋਂ ਲੈ ਕੇ ਅਮੀਰ ਤੱਕ ਸਾਰੇ ਚਲੇ ਗਏ। ਉਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਦੇ ਨਾਲ ਕਰੀਏ ਕਿ ਜਵਾਬ ਦੇਣ ਨਾਲੋਂ ਕੰਧ ਸੁੱਟ ਦਈਏ। ਇਸ ਤਰ੍ਹਾਂ ਦੇ ਨਾਲ ਹੋਰ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਹਨ ਇਤਿਹਾਸ ਦੇ ਵਿੱਚ। ਪਰ ਜਿਹੜੀ ਉਹ ਧਰਤੀ ਵੀ ਹੈ ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹਾਂਦਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਅੱਜ ਤੱਕ ਇਹ ਇਤਿਹਾਸ ਸੰਭਾਲਿਆ ਹੋਇਆ ਹੈ। ਕੰਧ ਖੜੀ ਹੈ, ਇਸ ਗੱਲ ਦਾ ਸਬੂਤ ਦਿੰਦੀ ਹੈ ਕਿ ਜਦੋਂ ਉਹਨਾਂ ਦੀ ਦ੍ਰਿਸ਼ਟੀ ਕੰਧ ਵੱਲ ਪਈ, ਗੁਰੂ ਬਾਬਾ ਜੀ ਦੀ, ਕੰਧ ਵੀ ਅਮਰ ਹੋ ਗਈ। ਜੇ ਪਹਾੜ ਬਲੀ ਗੰਧਾਰੀ ਨੇ ਸੁੱਟਿਆ, ਪੰਜਾ ਲੱਗਿਆ, ਪੰਜੇ ਨਾਲ ਰੋਕਿਆ, ਅੱਜ ਉਹ ਵੀ ਇਤਿਹਾਸ ਬਣ ਗਿਆ। ਉਹ ਸਾਹਮਣੇ ਦਿਸਦਾ ਪੰਜਾ ਲੱਗਿਆ ਹੋਇਆ, ਜੋ ਆਪਾਂ ਨੂੰ ਸਾਹਮਣੇ ਦਿਸਦੀ ਹੁੰਦੀ ਗੱਲ, ਉਹ ਮੰਨਣਯੋਗ ਹੋ ਜਾਂਦੀ ਹੈ। ਭਾਵੇਂ ਕਿ ਕਰਾਮਾਤ ਕੋਈ ਨਹੀਂ, ਗੁਰੂ ਘਰ ਦੇ ਵਿੱਚ ਇਹਦੀ ਅਹਿਮੀਅਤ ਨਹੀਂ, ਕਰਾਮਾਤ ਨੂੰ ਕਹਿਰ ਮੰਨਿਆ ਹੈ। ਇਸ ਕਰਕੇ ਜੋ ਗੁਰਬਾਣੀ ਦੇ ਅਨੁਸਾਰ ਮੰਨੀ ਜਾਂਦੀ ਹੈ ਗੱਲ, ਉਹਨੂੰ ਮੰਨ ਲੈਣਾ ਚਾਹੀਦਾ ਹੈ, ਕਿਉਂਕਿ ਸਤਿਗੁਰ ਸਮਰੱਥ ਹਨ। ਉਹ ਜੋ ਅੱਜ ਧਰਤੀ ਵੀ ਉਸ ਗੱਲ ਦੀ ਸ਼ਹਾਦਤ ਭਰ ਰਹੀ, ਗਵਾਹੀ ਦੇ ਰਹੀ ਹੈ, ਇਸ ਕਰਕੇ ਗੱਲ ਮੰਨਣਯੋਗ ਹੋ ਜਾਂਦੀ ਹੈ ਜੀ। ਤੇ ਜੇਕਰ ਬਾਬਾ ਜੀ ਅਸੀਂ ਗੱਲ ਕਰੀਏ ਗ੍ਰਹਿਸਥ ਜੀਵਨ ਦੇ ਵੱਲ, ਬ੍ਰਹਮ ਗਿਆਨੀ ਸੰਤ ਬਾਬਾ ਬਰਿਆਮ ਸਿੰਘ ਜੀ ਤੇ ਮਾਤਾ ਜੀ ਦੇ ਜੀਵਨ ਦੀ ਜੇਕਰ ਗੱਲ ਕੀਤੀ ਜਾਵੇ, ਗੁਰਬਾਣੀ ਦੀ ਜਿਹੜੀ ਪੰਕਤੀ ਹੈ ਜਿਹਦੇ ਵਿੱਚ ਇਹ ਸੰਕਲਪ ਵਿਖਾਇਆ ਗਿਆ ਕਿ ਦੋ ਸਰੀਰ ਹੈ ਜਿਹੜੇ, ਉਹ ਜਦੋਂ ਆਪਸ ਦੇ ਵਿੱਚ ਮਿਲ ਕੇ ਇੱਕ ਜੋਤ ਦੇ ਰੂਪ ਦੇ ਵਿੱਚ ਕੰਮ ਕਰਦੇ ਨੇ। ਅਤੇ ਬੜਾ ਹੀ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਜਦੋਂ ਅਸੀਂ ਕਿਉਂਕਿ ਅਸੀਂ ਮਹਾਂਪੁਰਖਾਂ ਦੇ ਦਰਸ਼ਨ ਨਹੀਂ ਕੀਤੇ, ਪਹਿਲਾਂ ਸੱਚਖੰਡ ਪਿਆਨਾ ਕਰ ਗਏ, ਅਤੇ ਉਹਨਾਂ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ ਪੁਸਤਕਾਂ ਦੇ ਰੂਪ ਦੇ ਵਿੱਚ ਜਾਂ ਆਪ ਜੀ ਵਰਗੇ ਮਹਾਂਪੁਰਖਾਂ ਤੋਂ ਅਸੀਂ ਸਰਵਣ ਕਰਦੇ ਹਾਂ, ਤਾਂ ਜਿਹੜਾ ਉਹਨਾਂ ਨੇ ਇੱਕ ਸਿਧਾਂਤ ਪੇਸ਼ ਕੀਤਾ ਸੀ ਸੱਚੇ ਪਾਤਸ਼ਾਹ ਜੀ ਨੇ ਗੁਰਮਤਿ ਦਾ, ਅਤੇ ਬ੍ਰਹਮ ਗਿਆਨੀ ਮਹਾਂਪੁਰਖਾਂ ਅਤੇ ਉਹਨਾਂ ਦੇ ਜੀਵਨ ਸਾਥੀ ਸੀ ਜਿਹੜੇ, ਉਹਨਾਂ ਦਾ ਜੀਵਨ ਜਦੋਂ ਪੜ੍ਹਦੇ ਹਾਂ ਤਾਂ ਬੜੀ ਹੀ ਕਮਾਲ ਦੀ ਜਿਹੜੀ ਅਚਰਜਤਾ, ਇੰਨਾ ਪ੍ਰੇਮ ਅਤੇ ਇੰਨਾ ਹੀ ਜਿਹੜਾ ਆਨੰਦਮਈ ਜੀਵਨ, ਜਿਸ ਦੀ ਕਲਪਨਾ ਹਰ ਇੱਕ ਮਨੁੱਖ ਚਾਹੁੰਦਾ ਕਿ ਮੈਂ ਆਪਣੇ ਜੀਵਨ ਦੇ ਵਿੱਚ ਕਰਾਂ, ਜਿਹੜਾ ਵੀ ਗ੍ਰਹਿਸਥੀ ਹੈ। ਅਤੇ ਉਹ ਕਲਪਨਾ ਜਿਹੜੀ ਉਹ ਪੂਰੀ ਜਿਹੜੀ ਮਹਾਂਪੁਰਖਾਂ ਨੇ ਕੀਤੀ, ਜੀਵਨ ਦੇ ਵਿੱਚ ਕਰਕੇ ਵਿਖਾਈ। ਅਤੇ ਅਸੀਂ ਚਾਹੁੰਦੇ ਹਾਂ ਕਿ ਮਹਾਂਪੁਰਖਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਜਿਹੜੀਆਂ ਆਪ ਜੀ ਨੂੰ ਯਾਦ ਹੋਣ ਜਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਹੋਣ, ਜਿਹੜੀਆਂ ਆਪ ਜੀ ਦੇ ਮਨ ਨੂੰ ਛੂਹ ਗਈਆਂ ਹੋਣ, ਉਹ ਥੋੜ੍ਹੀਆਂ ਸਾਂਝੀਆਂ ਕਰੋ। ਜੋ ਅੱਜ ਜਿਵੇਂ ਤੁਸੀਂ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੇ ਪ੍ਰਥਾਏ ਆਪਾਂ ਵਿਚਾਰ ਕਰ ਰਹੇ ਹਾਂ, ਮਹਾਂਪੁਰਸ਼ਾਂ ਨੇ ਇਸ ਰਸਤੇ ਨੂੰ ਅਪਣਾਇਆ। ਕਿਉਂਕਿ ਜੋ ਇਤਿਹਾਸ ਦੇ ਵਿੱਚ ਭਾਈ ਰਣਧੀਰ ਸਿੰਘ ਜੀ ਨੇ ਇੱਕ ਪੁਸਤਕ ਲਿਖੀ ਹੈ, ਰੰਗਲੇ ਸੱਜਣ,
ਜੀ ਉਹਦੇ ਵਿੱਚ ਸੰਤ ਭਾਈ ਹੀਰਾ ਸਿੰਘ ਦੌਦਪੁਰੀਏ ਦੇ ਸਿਰਲੇਖ ਹੇਠ ਜੀਵਨ ਲਿਖਿਆ ਹੈ, ਜਿਨ੍ਹਾਂ ਨੇ ਆਪਣੀ ਸਪੁੱਤਰੀ ਦੇ 8 ਸਾਲ ਪਹਿਲਾਂ ਹੀ ਬਾਬਾ ਜੀ ਦੇ ਇੱਕ ਪਰਿਵਾਰ ਦੇ ਨਾਲ ਰਿਸ਼ਤਾ ਜੋੜ ਦਿੱਤਾ ਸੀ। ਇਹਨਾਂ ਦਾ ਵੀ 8 ਸਾਲ ਬਾਅਦ ਜਨਮ ਹੋਇਆ ਤੇ ਉਹਨਾਂ ਦਾ ਵੀ। ਇਸ ਤਰ੍ਹਾਂ ਦੇ ਨਾਲ ਇਹ ਧੁਰ ਦਰਗਾਹੀ ਹੁੰਦੇ ਨੇ, ਸੰਜੋਗ ਵਿਜੋਗ ਧੁਰੋਂ ਹੀ ਹੋਇਆ, ਜਿਹੜਾ ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਇਸ ਤਰ੍ਹਾਂ ਦੇ ਨਾਲ ਇਹ ਧੁਰ ਤੋਂ ਹੀ ਲਿਖਿਆ ਆਉਂਦਾ ਹੈ, ਪਰ ਉਹਨਾਂ ਨੇ ਫਿਰ ਇੱਕ ਤਰ੍ਹਾਂ ਦੇ ਨਾਲ ਜੀਵਨ ਜੀਉ ਕੇ ਦਿਖਾਇਆ। ਜੀਵਨ ਦੇ ਵਿੱਚ ਸੰਤ ਮਹਾਰਾਜ ਰਾੜਾ ਸਾਹਿਬ ਵਾਲਿਆਂ ਦਾ ਮਿਲਾਪ ਹੋਇਆ, ਉਸ ਤੋਂ ਬਾਅਦ ਉਹਨਾਂ ਨੂੰ ਜੀਵਨ ਸਮਰਪਿਤ ਕਰ ਦਿੱਤਾ। ਉਹਨਾਂ ਦੇ ਹੁਕਮ ਅਨੁਸਾਰ ਹੀ ਆਪ ਜੀ ਦਾ ਛੋਟੀ ਉਮਰ 'ਚ ਵਿਆਹ ਹੋ ਗਿਆ, ਪਰ ਆਪ ਜੀ ਦੀ ਲਗਨ ਇਸ ਪਾਸੇ ਵੱਲ ਹੀ ਰਹੀ। ਤੇ ਵਿਆਹ ਦੇ ਵਿੱਚ ਜਦੋਂ ਬਾਅਦ 'ਚ ਬੱਚੇ ਵੀ ਹੋ ਗਏ, ਜਦੋਂ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਬਹੁਤ ਵੱਡਾ ਫਾਰਮ ਸੀ ਯੂਪੀ ਦੇ ਵਿੱਚ। ਉਸ ਤੋਂ ਬਾਅਦ ਇਹ ਜਿਹੜੀ ਅਸਲੀ ਜ਼ਿੰਮੇਵਾਰੀ ਸੀ, ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ, ਉਹਨਾਂ ਨੇ ਫਿਰ ਸੇਵਾ ਤੇ ਸਿਮਰਨ ਦੇ ਨਾਲ ਸਾਰਿਆਂ ਨੂੰ ਜੋੜਿਆ। ਆਪਣਾ ਜਿਹੜਾ ਸੀ ਆਪਣੇ ਵਾਸਤੇ ਨਹੀਂ ਸੋਚਿਆ, ਪਰਿਵਾਰ ਵਾਸਤੇ ਨਹੀਂ ਸੋਚਿਆ, ਪਰਉਪਕਾਰ ਵਾਸਤੇ ਸਾਰੇ ਸੰਸਾਰ ਦਾ ਭਲਾ ਲੋਚਿਆ। ਤੇ ਉਹਨਾਂ ਨੇ ਜਿੰਨਾ 700 ਏਕੜ ਦਾ ਸੁਸਾਇਟੀ ਬਣਾ ਕੇ ਫਾਰਮ ਲਿਆ ਸੀ, ਵੇਚ ਕੇ ਪਹਿਲਾਂ ਜ਼ਿੰਮੇਵਾਰੀ ਗ੍ਰਸਤ ਦੀ ਨਿਭਾਈ, ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਵਿਆਹਿਆ। ਉਸ ਤੋਂ ਬਾਅਦ ਆਪਣਾ ਸਾਰਾ ਧਨ ਮਨ ਧਨ ਰਤਵਾੜਾ ਸਾਹਿਬ ਟਰਸਟ ਬਣਾ ਕੇ ਲਾ ਦਿੱਤਾ ਕਿ ਇਹਦੇ ਵਿੱਚ ਫਿਰ ਪਰਸਨਲ ਕੋਈ ਇੰਟਰਸਟ ਨਹੀਂ, ਪਰਿਵਾਰ ਦਾ ਕੋਈ ਇੰਟਰਸਟ ਨਹੀਂ ਰੱਖਿਆ, ਪਬਲਿਕ ਪ੍ਰੋਪਰਟੀ ਬਣਾ ਦਿੱਤੀ। ਆਪਣੀ ਪਰਸਨਲ ਪ੍ਰੋਪਰਟੀ ਨੂੰ ਪਬਲਿਕ ਪ੍ਰੋਪਰਟੀ ਵਿੱਚ ਬਦਲ ਦਿੱਤਾ। ਨਹੀਂ ਤਾਂ ਗ੍ਰਸਤ ਦੇ ਵਿੱਚ ਇੰਨੀ ਅਟੈਚਮੈਂਟ ਹੁੰਦੀ ਹੈ। ਅੱਜ ਦੇ ਸਮੇਂ 'ਚ ਜੇ ਦੇਖਿਆ ਜਾਵੇ, ਆਪਣੇ ਬੱਚਿਆਂ ਵਾਸਤੇ ਕਿੰਨਾ ਕੁਝ ਇਨਸਾਨ ਕਰਦਾ ਹੈ। ਬਹੁ ਪਰਪੰਚ ਕਰ ਪਰ ਤਨ ਲਿਆਵੇ, ਸੁਤਦਾਰਾ ਪਿਆਨ ਲਟਾਵੇ। ਪਰ ਉਹਨਾਂ ਦੀ ਮਿਸਾਲ ਆਪਣੀ ਮਿਸਾਲ ਆਪ ਹੈ, ਜਿਨ੍ਹਾਂ ਨੇ ਆਪਣੀ ਪ੍ਰੋਪਰਟੀ, ਨਿੱਜੀ ਪ੍ਰੋਪਰਟੀ ਨੂੰ ਵੀ ਪਬਲਿਕ ਪ੍ਰੋਪਰਟੀ ਬਣਾਇਆ ਤੇ ਦਿਨ ਰਾਤ ਨਾਮ ਬਾਣੀ ਦੇ ਪ੍ਰਚਾਰ ਵਿੱਚ ਦੇਸਾਂ ਪ੍ਰਦੇਸਾਂ ਦੇ ਵਿੱਚ ਇਹ ਨਾਮ ਦਾ ਪ੍ਰਵਾਹ ਚਲਾਇਆ। ਤੇ ਇਸ ਪ੍ਰਚਾਰ ਨੂੰ ਹੋਰ ਅੱਗੇ ਵਧਾਉਣ ਵਾਸਤੇ ਮੀਡੀਏ ਦੀ ਮਦਦ ਲਈ, ਮੀਡੀਏ ਦੇ ਵਿੱਚ ਇਲੈਕਟ੍ਰੋਨਿਕ ਮੀਡੀਏ ਦੇ ਵਿੱਚ ਫਿਲਮਾਂ ਬਣਾਈਆਂ, 3-3 ਘੰਟੇ ਦੀਆਂ, ਇੱਕ ਸਬਜੈਕਟ ਦੇ ਉੱਤੇ ਬੋਲੇ, ਬਹੁਤ ਰਿਸਰਚ ਕੀਤੀ। ਉਸ ਤੋਂ ਬਾਅਦ ਪ੍ਰਿੰਟ ਮੀਡੀਏ ਦੀ ਵਰਤੋਂ ਕਰਕੇ ਆਤਮ ਮਾਰਗ ਮੈਗਜ਼ੀਨ ਸ਼ੁਰੂ ਕੀਤਾ। ਕਿੰਨੀਆਂ ਹੀ ਪੁਸਤਕਾਂ ਬਣ ਗਈਆਂ, 51 ਦੇ ਕਰੀਬ ਪੁਸਤਕਾਂ ਹਨ, ਇੰਗਲਿਸ਼ 'ਚ, ਫਿਰ ਪੰਜਾਬੀ 'ਚ, ਹਿੰਦੀ 'ਚ, ਦੂਰ ਦੂਰ ਤੱਕ ਇਸ ਦਾ ਪ੍ਰਚਾਰ ਫੈਲਾਉਣ ਵਾਸਤੇ ਕਿ ਇਹ ਸਿਧਾਂਤ ਹੈ। ਉਹਨਾਂ ਨੇ ਪਹਿਲਾਂ ਪ੍ਰੈਕਟੀਕਲੀ ਕਰਕੇ ਦਿਖਾਇਆ। ਜੇ ਤੁਸੀਂ ਆਪ ਨਹੀਂ ਕਰਦੇ, ਦੂਜੇ ਨੂੰ ਉਪਦੇਸ਼ ਦਿੰਦੇ ਹੋ, ਉਹ ਉਪਦੇਸ਼ ਕੰਮ ਵੀ ਨਹੀਂ ਕਰਦਾ। ਅਵਰ ਉਪਦੇਸ਼ ਹੈ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਸਤਿਪੁਰਸ਼ਾਂ ਦਾ ਇਹ ਪ੍ਰੈਕਟੀਕਲ ਜੀਵਨ ਹੋਣ ਕਰਕੇ ਕਿੰਨੇ ਹੀ ਹਜ਼ਾਰਾਂ ਦੇ ਤਾਦਾਦ ਦੇ ਵਿੱਚ ਨਾਮ ਬਾਣੀ ਦੇ ਨਾਲ ਜੁੜੇ, ਕਿੰਨਿਆਂ ਦੇ ਜੀਵਨ ਬਦਲ ਗਏ। ਸੋ ਇਸ ਤਰ੍ਹਾਂ ਦਾ ਉਹਨਾਂ ਦਾ ਇਹ ਪਰਉਪਕਾਰੀ ਜੀਵਨ, ਗ੍ਰਸਤ ਵਿੱਚ ਰਹਿ ਕੇ ਵੀ, ਉਸ ਤੋਂ ਬਾਅਦ ਵੀ ਜਿਹੜੇ ਸਾਰੇ 4 ਹੁੰਦੇ ਨੇ, ਖੱਤਰੀ ਬ੍ਰਾਹਮਣ ਸੂਦ ਵੈਸ, ਇਸ ਦੇ ਗੁਣ ਉਹਨਾਂ ਦੇ ਵਿੱਚ ਦੇਖਣ ਨੂੰ ਮਿਲਦੇ ਸਨ। ਸੋ ਇਸ ਤਰ੍ਹਾਂ ਕਰਕੇ ਸਾਰਾ ਉਹਨਾਂ ਦਾ ਨਾਮ ਬਾਣੀ ਦਾ ਪ੍ਰਚਾਰ ਫੈਲਿਆ। ਤੇ ਹੁਣ ਵੀ ਉਹਨਾਂ ਦੀ ਜਗ੍ਹਾ ਦੇ ਉੱਤੇ ਜੋ ਸੰਤ ਬਾਬਾ ਲਖਵੀਰ ਸਿੰਘ ਜੀ ਹਨ, ਉਹ ਵੀ ਗ੍ਰਸਤ ਆਸ਼ਰਮ 'ਚੋਂ ਹੀ ਹਨ। ਤੇ ਇਸ ਕਰਕੇ ਇਸ ਦੇ ਵਿੱਚ ਕੋਈ ਇਹ ਨਹੀਂ ਕਿ ਗ੍ਰਸਤੀ ਨਹੀਂ ਪਾਰ ਲੱਗਣਾ ਜਾਂ ਵਿਹੰਗਮ ਨਹੀਂ ਲੰਘਣਾ। ਤੇ ਇਹਦੇ ਵਿੱਚ ਲੋੜ ਤਾਂ ਨਾਮ ਨਾਲ ਜੁੜਨ ਦੀ ਹੈ। ਜੋ ਵੀ ਪ੍ਰਾਣੀ ਨਾਮ ਨਾਲ ਜੁੜ ਗਿਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ। ਅਸੀਂ ਬਾਬਾ ਜੀ ਚਾਹਾਂਗੇ ਸੰਗਤਾਂ ਵੀ ਇਹ ਜਾਣਨਾ, ਜਿਵੇਂ ਨਵੀਂ ਸੰਗਤ ਹੈ, ਆਪ ਜੀ ਦੇ ਪਹਿਲੀ ਵਾਰ ਦਰਸ਼ਨ ਹੋ ਰਹੇ ਨੇ, ਤੇ ਆਪ ਜੀ ਦੀ ਅਟੈਚਮੈਂਟ ਕਿਵੇਂ ਹੋਈ ਬਾਬਾ ਜੀ ਦੇ ਨਾਲ, ਕਿਵੇਂ ਆਪ ਜੀ ਦਾ ਜੁੜਨਾ ਹੋਇਆ, ਤੇ ਕਿਵੇਂ ਮਹਾਂਪੁਰਖਾਂ ਨੇ ਆਪ ਜੀ ਤੇ ਉਸ ਮਹਾਨ ਸ਼ਖਸੀਅਤ ਨੇ ਕਿਰਪਾ ਕੀਤੀ ਜੋ ਜੀਵਨ ਲੇਖੇ ਵਿੱਚ ਲੱਗਿਆ ਜੀ। ਮਹਾਂਪੁਰਸ਼ ਜਦੋਂ ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਸਰੀਰਕ ਤੌਰ ਤੇ ਵਿਛੋੜੇ ਦੇ ਗਏ, ਉਹਨਾਂ ਦੇ ਪਿਆਰ 'ਚ ਬਰਾਗ 'ਚ ਆਪਣਾ ਫਾਰਮ ਵੇਚ ਕੇ ਇੱਧਰ ਆ ਗਏ। ਇਸ ਰੋਪੜ ਦੇ ਇਲਾਕੇ ਵਿੱਚ ਕੋਈ ਆਉਂਦਾ ਨਹੀਂ ਸੀ, ਬਹੁਤ ਪਛੜਿਆ ਹੋਇਆ ਇਲਾਕਾ ਸੀ। ਇੱਥੇ ਹੀ ਸਾਡਾ ਪਿੰਡ ਹੈ ਨਾਲ ਹੀ। ਇਸ ਕਰਕੇ ਜਦੋਂ ਇੱਥੇ ਆਏ, ਮਹਾਂਪੁਰਸ਼ਾਂ ਦੇ ਦਰਸ਼ਨ ਹੋਏ, ਅੰਮ੍ਰਿਤ ਛਕੇ, ਬਚਪਨ ਤੋਂ ਹੀ ਉਹਨਾਂ ਦੀ ਸੰਗਤ ਮਿਲ ਗਈ। ਤੇ ਫਿਰ ਕਿਰਪਾ ਹੋਈ 1986 ਦੇ ਵਿੱਚ ਰਤਵਾੜਾ ਪਿੰਡ ਇਹਨਾਂ ਨੇ ਦਾਨ ਕੀਤਾ, ਭੂਮੀ ਦਾਨ। ਇੱਥੇ ਫਿਰ ਰਤਵਾੜਾ ਸਾਹਿਬ ਵੀ ਪ੍ਰਾਪਤ ਹੋ ਗਈ। ਤੇ ਇਸ ਤਰ੍ਹਾਂ ਦੇ ਨਾਲ ਇਸ ਧਰਤੀ ਨੂੰ ਭਾਗ ਲੱਗੇ। ਉਸ ਸਮੇਂ ਤੋਂ ਹੀ ਮਹਾਂਪੁਰਸ਼ਾਂ ਦੀ ਸੰਗਤ ਮਿਲੀ। 1978 ਦੇ ਵਿੱਚ ਸਤਿਪੁਰਸ਼ ਇੱਥੇ ਆਏ ਸਨ ਫਾਰਮ ਵੇਚ ਕੇ ਆਪਣਾ। ਪਹਿਲੀ ਵਾਰ ਉਦੋਂ ਮਹਾਂਪੁਰਖਾਂ ਦੇ ਦਰਸ਼ਨ? ਹਾਂਜੀ, ਉਹਨਾਂ ਹੀ ਦਰਸ਼ਨ ਹੋਏ ਸੀ। ਉਸ ਤੋਂ ਬਾਅਦ ਫਿਰ ਜਿਹੜੇ ਬਚਨ ਬਿਲਾਸ ਮਹਾਂਪੁਰਖਾਂ ਦੇ, ਉਹ ਥੋੜੇ ਸਾਂਝੇ ਕਰਦੇ? ਉਹ ਤੋਂ ਬਾਅਦ ਜਿਹੜੇ ਬਚਨ ਹੈ ਸਤਿਪੁਰਸ਼ਾਂ ਦੇ, ਕਿਉਂਕਿ ਬਚਨ ਜਿਹੜੇ ਹੁੰਦੇ ਨੇ ਸਾਧੂ ਦੇ, ਅਸਲ ਦੇ ਵਿੱਚ ਇਹ ਹੁੰਦੇ ਨੇ ਕਿ ਸਤਿਗੁਰੂ ਬਚਨ, ਬਚਨ ਹੈ ਸਤਿਗੁਰੂ। ਜਿਵੇਂ ਬਾਣੀ ਗੁਰੂ, ਗੁਰੂ ਹੈ ਬਾਣੀ।
ਇੱਕ ਵੀ ਬਚਨ ਕਮਾ ਲਓ, ਜੇ ਕੋ ਬਚਨ ਕਮਾਵੇ ਸੰਤਨ ਕਾ ਗੁਰ ਪ੍ਰਸਾਦੀ ਧਰੀ ਹੈ। ਵਾਹ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਇਹੀ ਸੀ ਕਿ ਆਪਣਾ ਜੀਵਨ ਲੇਖੇ ਦੇ ਵਿੱਚ ਲਾਓ, ਬਹੁਤ ਜਨਮ ਵਿਸਰੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ। ਸੋ ਇਸ ਵਾਸਤੇ ਕਿੰਨਿਆਂ ਨੇ ਆਪਣੀਆਂ ਜਵਾਨੀਆਂ ਬਚਪਨ ਤੋਂ ਹੀ, ਕਿੰਨੇ ਪ੍ਰੇਮੀ ਇੱਥੇ ਆ ਕੇ ਉਹਨਾਂ ਨੂੰ ਸਮਰਪਿਤ ਹੋ ਗਏ ਤੇ ਉਹਨਾਂ ਨੇ ਫਿਰ ਮਹਾਂਪੁਰਸ਼ਾਂ ਵਾਂਗੂ ਹੀ ਆਪਣੇ ਪਰਿਵਾਰ ਦਾ ਨਹੀਂ ਸੋਚਿਆ, ਇੱਕ ਆਪਣਾ ਸੰਸਾਰ ਦਾ ਸਰਬੱਤ ਦੇ ਭਲੇ ਦੀ ਹੀ ਸੋਚ ਰੱਖ ਕੇ ਯੂਨੀਵਰਸਲ ਅਪਰੋਚ ਤੇ ਚੱਲਦੇ ਹੋਏ ਉਹਨਾਂ ਦੇ ਪਾਏ ਪੂਰਨਿਆਂ ਦੇ ਉੱਤੇ ਚੱਲ ਰਹੇ ਹਨ। ਪ੍ਰਮੁੱਖ ਵਚਨ ਮਹਾਂਪੁਰਖਾਂ ਦੇ ਕਿਹੜੇ ਸਨ ਜਿਨ੍ਹਾਂ ਨੂੰ ਸਾਨੂੰ ਅੱਜ ਮੌਜੂਦਾ ਸਮੇਂ ਦੇ ਵਿੱਚ ਅਪਣਾਉਣ ਦੀ ਜ਼ਰੂਰਤ ਹੈ, ਤਾਂ ਜੋ ਜੀਵਨ ਮਹਾਂਪੁਰਖਾਂ ਦਾ ਜਿਸ ਤਰ੍ਹਾਂ ਦਾ ਸੀ ਉਸ ਤਰ੍ਹਾਂ ਦਾ ਅਸੀਂ ਵੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕੀਏ? ਜੋ ਵੀ 7 ਵਚਨ ਸਾਧੂ ਸਭ ਕਹੇ, ਸਾਰੇ ਸਾਧੂਆਂ ਦਾ ਇਹੀ ਵਚਨ ਹੁੰਦਾ ਜੀ ਕਿ ਸੇਵਾ ਅਤੇ ਸਿਮਰਨ ਕਰੋ। ਇਸ ਵਾਸਤੇ ਹੀ ਮਾਨੁਖ ਤਨ ਮਿਲਿਆ ਹੈ। ਨਾਮ ਕਿਤੇ ਬਾਹਰੋਂ ਨਹੀਂ ਮਿਲਦਾ, ਨਾਮ ਲੈਣ ਵਾਸਤੇ ਅਸੀਂ ਰੌਲੇ ਪਾਉਂਦੇ ਹਾਂ ਕਿ ਉੱਥੋਂ ਮਿਲੂ, ਪਰ ਨਾਮ ਤਾਂ ਅੰਦਰੋਂ ਮਿਲਦਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਇਸ ਵਾਸਤੇ ਗੁਰੂ ਤੋਂ ਮੰਤਰ ਲਓ, ਜਿਵੇਂ ਸਾਡੇ ਇੱਥੇ ਅੰਮ੍ਰਿਤ ਛਕਾਉਂਦੇ 5 ਪਿਆਰੇ ਦਿੰਦੇ ਨੇ ਮੂਲ ਮੰਤਰ ਗੁਰਮੰਤਰ, ਇਹ ਲੈ ਕੇ ਨਾਮ ਦੀ ਕਮਾਈ, ਨਾਮ ਤੱਕ ਪਹੁੰਚਣ ਦੀ ਕਮਾਈ ਗੁਰਮੰਤਰ ਦੀ ਕਰਕੇ ਉੱਥੇ ਤੱਕ ਜਦੋਂ ਰਸਵਾਈ ਹੋ ਗਈ, ਪਹੁੰਚ ਹੋ ਗਈ, ਫਿਰ ਆਪੇ ਹੀ ਸਾਰਾ ਜੀਵਨ ਆਨੰਦਮਈ ਹੋ ਜਾਂਦਾ। ਤੇ ਇੱਕ ਆਪ ਜੀ ਨੇ ਨਜ਼ਦੀਕ ਤੋਂ ਮਹਾਂਪੁਰਖ ਬ੍ਰਹਮ ਗਿਆਨੀ ਦੇ ਕਹਿੰਦੇ ਕਿ ਦਰਸ਼ਨ ਕਰਨ ਦੇ ਨਾਲ ਹੀ ਜੀਵਨ ਸਫਲ ਹੋ ਜਾਂਦਾ, ਆਪ ਜੀ ਨੂੰ ਸਵੱਬ ਬਣਿਆ। ਤੇ ਮਹਾਂਪੁਰਖਾਂ ਦੀ ਜੇਕਰ ਗੱਲ ਕੀਤੀ ਜਾਵੇ ਆਨੰਦ ਕਾਰਜ ਦੇ ਬਾਬਤ, ਜਾਂ ਜਿਸ ਤਰ੍ਹਾਂ ਸਾਡੇ ਗੁਰਸਿੱਖਾਂ ਦੇ ਆਨੰਦ ਕਾਰਜ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਕਿਉਂਕਿ ਜੇਕਰ ਅੱਜ ਦੇ ਅਜੋਕੇ ਦੌਰ ਦੇ ਵਿੱਚ ਅਸੀਂ ਵੇਖੀਏ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਅਸੀਂ ਮਨਾ ਰਹੇ ਹਾਂ, ਤੇ ਅਜੋਕੇ ਦੌਰ ਦੇ ਵਿੱਚ ਗੁਰਸਿੱਖਾਂ ਦੇ ਪਰਿਵਾਰਾਂ ਦੇ ਵਿੱਚ ਜਿਸ ਤਰ੍ਹਾਂ ਦੇ ਆਨੰਦ ਕਾਰਜ ਹੋ ਰਹੇ ਨੇ, ਪਰੰਤੂ ਉਸ ਦੇ ਉਲਟ ਮਹਾਂਪੁਰਖਾਂ ਨੇ ਕਿਸ ਤਰ੍ਹਾਂ ਦੀ ਜਿਹੜੀ ਰੀਤ ਦੱਸੀ ਸੀ ਤੇ ਉਹ ਕਿਵੇਂ ਕਰਨਾ ਚਾਹੀਦਾ ਸਾਨੂੰ? ਮਹਾਂਪੁਰਸ਼ਾਂ ਦੇ ਪਹਿਲਿਆਂ ਵਿੱਚ ਜਦੋਂ ਸਤਸੰਗ ਦੀਵਾਨ ਹੁੰਦੇ, ਯੂਪੀ ਵਿੱਚ ਵੀ ਹਜ਼ਾਰਾਂ ਦਾ ਇਕੱਠ ਹੁੰਦਾ ਸੀ। ਸਤਸੰਗ 'ਚ ਹੀ ਇੱਕ ਟਰਾਲੀ 'ਚੋਂ ਗੁੱਡੀ ਨੇ ਆਉਣਾ ਤੇ ਦੂਜੀ 'ਚੋਂ ਬੱਚੇ ਨੇ ਆਉਣਾ, ਦੋਨਾਂ ਦੇ ਆਨੰਦ ਕਾਰਜ ਹੋ ਜਾਣੇ। ਉਹਨੇ ਪੇਕੇ ਘਰ ਦੂਜੀ ਸੰਗਤ ਚੜ੍ਹ ਕੇ ਚਲੇ ਜਾਣਾ ਜੀ। ਪਰ ਉਹ ਫਿਰ ਹਾਲਾਤ ਐਸੇ ਬਣੇ ਕਿਉਂਕਿ ਇਹਦੇ ਵਿੱਚ ਕਈ ਰੌਲੇ ਪੈ ਜਾਂਦੇ ਨੇ। ਫਿਰ ਬਾਬਾ ਜੀ ਕਹਿੰਦੇ ਵੀ ਆਪਾਂ ਇਹ ਕੰਮ 'ਚ ਪੈਣਾ ਨਹੀਂ, ਕਿਉਂਕਿ ਫਿਰ ਕਈ ਵਾਰੀ ਅੱਗੇ ਤੱਕ ਗੱਲਾਂ ਚੱਲੀਆਂ ਜਾਂਦੀਆਂ ਸਨ, ਮਾਰ ਮਰਾਈ ਤੱਕ, ਘਰਾਂ 'ਚ ਕਲੇਸ਼ ਪੈਂਦੇ ਹੀ ਨੇ। ਫਿਰ ਇਸ ਕਰਕੇ ਫਿਰ ਉਹ ਇਸ ਤਰ੍ਹਾਂ ਦੇ ਨਾਲ ਇਹ ਬੰਦ ਕਰਤਾ, ਨਹੀਂ ਤਾਂ ਸਾਰਿਆਂ ਦੇ ਸਿੱਧੇ ਸਾਦੇ ਢੰਗ ਨਾਲ ਇੱਥੇ ਹੀ ਹੁੰਦੇ ਸਨ ਆਨੰਦ ਕਾਰਜ। ਜਿਵੇਂ ਕਿ ਨਾਮਧਾਰੀ ਕਰਦੇ ਨੇ, ਉਹਨਾਂ 'ਚ ਤੁਹਾਨੂੰ ਕਦੇ ਕੋਈ ਗਰੀਬ ਨਹੀਂ ਮਿਲੂ। ਉਹ ਕਿਉਂ ਨਹੀਂ ਗਰੀਬ ਮਿਲਦਾ? ਉਹ ਕਰਜ਼ਾ ਨਹੀਂ ਚੁੱਕਦੇ, ਵਿਆਹ ਤੇ ਖਰਚ ਨਹੀਂ ਕਰਦੇ। ਉਹਨਾਂ ਦੀਆਂ ਜਿਹੜੀਆਂ ਰਸਮਾਂ ਭਾਵੇਂ ਕਿ ਬਾਅਦ ਵਿੱਚ ਮਹਾਤਮਾ ਗਾਂਧੀ ਨੇ ਅਪਣਾਈਆਂ, ਜੋ ਨਾਮਧਾਰੀ ਸਤਿਗੁਰ ਸਨ ਬਾਬਾ ਰਾਮ ਸਿੰਘ ਜੀ, ਉਹਨਾਂ ਨੇ ਲਹਿਰ ਪੈਦਾ ਕਰੀ ਸੀ ਕਿ ਜਿਹੜੇ ਇਹ ਆਨੰਦ ਕਾਰਜ ਹੈ ਸਿੱਧੇ ਸਾਦੇ ਹੋਣ, ਇਹਦੇ ਤੇ ਬਹੁਤਾ ਪੰਪ ਐਂਡ ਸ਼ੋਅ ਨਾ ਹੋਵੇ। ਨਹੀਂ ਤਾਂ ਮੈਰਿਜ ਪੈਲਸਾਂ 'ਚ ਕਿੰਨੇ ਕਿੰਨੇ ਏਕੜ ਵੇਚ ਕੇ ਫਿਰ ਪੈਲਸਾਂ ਦੇ ਵਿੱਚ ਵਿਆਹ ਹੁੰਦੇ ਨੇ, ਉਹਨਾਂ ਦਾ ਹੀ ਰੈਂਟ ਕਿੰਨਾ ਕਿੰਨਾ ਹੁੰਦਾ। ਇਸ ਕਰਕੇ ਇਹ ਜ਼ਰੂਰੀ ਹੈ ਕਿ ਆਨੰਦ ਕਾਰਜ ਬਹੁਤ ਸਿੱਧੇ ਸਾਦੇ ਹੋਣੇ ਚਾਹੀਦੇ ਨੇ, ਜਿਹਦਾ ਕਿਸੇ ਤੇ ਬੋਝ ਨਾ ਪਵੇ। ਆਨੰਦ ਕਹਿੰਦੇ ਹੀ ਖੁਸ਼ੀ ਨੂੰ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਸੋ ਇਸ ਕਰਕੇ ਇਸ ਕਾਰਜ ਦੀ ਜਿਹੜੀ ਸੀ, ਜਿਵੇਂ ਗੁਰੂ ਬਾਬਾ ਜੀ ਨੇ ਸਿੱਧਾ ਹੀ ਰੱਖਿਆ ਸੀ, ਇਸ ਤਰ੍ਹਾਂ ਦੇ ਨਾਲ ਇਹ ਜ਼ਰੂਰੀ ਹੈ ਕਿ ਇਹਨੂੰ ਬਹੁਤਾ ਨਹੀਂ ਬਣਾਉਣਾ ਚਾਹੀਦਾ। ਇਹ ਤਾਂ ਇੱਕ ਖੁਸ਼ੀ ਦਾ ਕਾਰਜ ਹੈ। ਜੇ ਹੁਣ ਇਸ ਕਾਰਜ ਦੇ ਉੱਤੇ ਪਹਿਲਾਂ ਹੀ ਬਲੀਆਂ ਦੇਣ ਲੱਗ ਜਾਂਦੇ ਆ, ਬੱਕਰੇ ਵੱਢਦੇ ਆ, ਮੁਰਗੇ ਵੱਢਦੇ ਆ, ਉਹਨਾਂ ਦੀਆਂ ਆਤਮਾਵਾਂ ਫਿਰ ਉਹ ਪਰਿਵਾਰਕ ਗ੍ਰਸਥ ਆਸ਼ਰਮ ਦੇ ਵਿੱਚ ਪ੍ਰਵੇਸ਼ ਹੋਣ ਦੇ ਸਮੇਂ ਵੀ ਉਹ ਤੰਗ ਕਰਦੀਆਂ। ਫਿਰ ਇਸੇ ਕਰਕੇ ਕਲਾ ਕਲੇਸ਼ ਆ ਜਾਂਦੇ ਹਨ। ਜਿੱਥੇ ਇਸ ਤਰ੍ਹਾਂ ਦੇ ਨਾਲ ਸ਼ਰਾਬ ਦੇ ਦੌਰ ਚੱਲਣ, ਇਹ ਦੂਜੀਆਂ ਗੱਲਾਂ ਹੋਣ, ਉਹਦੇ ਵਿੱਚ ਫਿਰ ਸਮਾਜ ਦੇ ਵਿੱਚ ਕਿੰਨੀ ਗਿਰਾਵਟ ਆ ਜਾਂਦੀ ਹੈ, ਜੋ ਆਪਾਂ ਅੱਜ ਅੱਖਾਂ ਨਾਲ ਸਾਰੇ ਵੇਖ ਰਹੇ ਹਾਂ। ਤੇ ਬਾਬਾ ਜੀ ਇੱਕ ਵੱਡੀ ਜਿਹੜੀ ਗੱਲ ਆ ਆਨੰਦ ਕਾਰਜ ਦੇ ਵਿੱਚ, ਅਸੀਂ ਆਪ ਜੀ ਤੋਂ ਇਹ ਗ੍ਰਹਿਸਥ ਦਾ ਜਿਹੜਾ ਮਾਰਗ ਆ ਉਹ ਸਮਝਣ ਦੀ ਥੋੜ੍ਹੀ ਜਿਹੀ ਕੋਸ਼ਿਸ਼ ਹੋਰ ਕਰਾਂਗੇ। ਚੌਥੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਲਾਵਾਂ ਦੀ ਬਾਣੀ ਦੀ, ਤੇ ਉਹ ਲਾਵਾਂ ਦੀ ਬਾਣੀ ਨੂੰ ਅਸੀਂ, ਕਿਉਂਕਿ ਜਿਵੇਂ ਆਪ ਜੀ ਨੇ ਦੱਸਿਆ ਕਿ ਮੁੱਖ ਕਾਰਜ ਆਨੰਦ ਕਾਰਜ ਦਾ ਹੁੰਦਾ ਵਿਆਹ ਵਾਲੇ ਦਿਨ, ਪਰ ਅਸੀਂ ਹੋਰ ਹੀ ਝਮੇਲਿਆਂ ਵਿੱਚ ਕਲਯੁਗੀ ਜੀਵ ਹੈ, ਫਸੇ ਰਹਿੰਦੇ ਹਾਂ। ਤੇ ਆਨੰਦ ਕਾਰਜ ਦੇ ਮੌਕੇ ਵੀ ਬਹੁਤ ਘੱਟ ਸਾਕ ਸੰਬੰਧੀ ਰਿਸ਼ਤੇਦਾਰ ਹੁੰਦੇ ਨੇ। ਤੇ ਈਵਨ ਕਿ ਇੱਥੇ ਤੱਕ ਵੀ ਸਾਡੀ ਜਿਹੜੀ ਤਰਾਸਦੀ ਹੈ ਕੌਮ ਦੀ, ਕਿ ਜਿਹੜੇ ਆਨੰਦ ਕਾਰਜ ਵਾਲੇ ਲਾੜਾ ਜਾਂ ਲਾੜੀ ਹੁੰਦੇ ਨੇ, ਉਹਨਾਂ ਨੂੰ ਲਾਵਾਂ ਦੀ ਜਿਹੜੀ ਗੁਰਬਾਣੀ ਹੈ ਉਹਦੇ ਅਰਥ ਤੱਕ ਨਹੀਂ ਪਤਾ ਹੁੰਦਾ। ਕਿ ਅਸੀਂ ਅੱਜ ਚਾਹਾਂਗੇ ਕਿ ਮੇਰੇ ਵਰਗੇ ਜਾਂ ਹੋਰ ਨੌਜਵਾਨ ਜਿਨ੍ਹਾਂ ਨੇ ਗ੍ਰਹਿਸਥ ਦੇ ਵਿੱਚ ਪੈਰ ਰੱਖਿਆ ਜਾਂ ਰੱਖਣ ਜਾ ਰਹੇ ਨੇ, ਕਿ ਜਿਹੜੀਆਂ 4 ਲਾਵਾਂ ਦਾ ਬਾਣੀ ਦਾ ਪਾਠ ਹੈ, ਇਹ ਸੱਚੇ ਪਾਤਸ਼ਾਹ ਕੀ ਬਖਸ਼ਿਸ਼ਾਂ ਕਰ ਰਹੇ ਨੇ?
ਜਿਹੜਾ ਲਾਵਾਂ ਦਾ ਅਸਲ ਮਨੋਰਥ ਹੈ, ਇਹ ਜਿਹੜੀ ਜੀਵ ਆਤਮਾ ਵਿਛੜੀ ਹੈ, ਇਹਦਾ ਰੂਹ ਦਾ ਸੰਜੋਗ ਹੁੰਦਾ ਹੈ ਪ੍ਰਮਾਤਮਾ ਦੇ ਨਾਲ। 4 ਅਵਸਥਾਵਾਂ। ਹਾਂਜੀ, ਉਹ ਸਾਰੀਆਂ ਚਾਰੇ ਲਾਵਾਂ 'ਚ ਹਨ। ਇਹਦਾ ਪ੍ਰੈਕਟੀਕਲੀ ਕਰਕੇ ਦਿਖਾਇਆ ਸੀ ਜਦੋਂ ਅਖੰਡ ਕੀਰਤਨ ਜਥੇ ਦੇ ਪ੍ਰਮੁੱਖ ਭਾਈ ਰਣਧੀਰ ਸਿੰਘ ਜੀ ਅੰਮ੍ਰਿਤ ਛਕਾਉਣ ਲੱਗੇ ਜੀ। ਉਹਦੇ ਵਿੱਚ ਬਾਬਾ ਹੀਰਾ ਸਿੰਘ ਜੀ ਬਾਬਾ ਬੀਜੀ ਦੇ ਪਿਤਾ ਜੀ ਸਨ, ਤੇ ਉਹਨਾਂ ਨੇ ਜਦੋਂ ਜਲਾਲ 'ਚ ਆ ਕੇ ਅੰਮ੍ਰਿਤ ਛਕਾਇਆ ਦੀ ਸਮਾਧੀ ਲੱਗ ਗਈ। 48 ਘੰਟੇ ਅਖੰਡ ਪਾਠ ਹੋਇਆ, 8 ਘੰਟੇ ਭਾਈ ਸਾਹਿਬ ਜੀ ਨੇ ਕੀਰਤਨ ਕਰਿਆ। ਉਹਦੀ ਰੂਹ ਆ ਜਿਹੜਾ ਉਹਨਾਂ ਨੇ ਰੰਗਲੇ ਸੱਜਣ ਪੁਸਤਕ ਲਿਖਿਆ, ਉਹਦੇ ਵਿੱਚ ਸਾਰਾ ਦੱਸਿਆ ਕਿ ਕਿਵੇਂ ਫਿਰ ਉਹ ਆਇਆ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਇਆ, ਤੇ ਬਾਬਾ ਹੀਰਾ ਸਿੰਘ ਜੀ ਕਹਿਣ ਲੱਗੇ ਕਿ ਹੁਣ ਇਹਦੀ ਰੂਹ ਸੰਜੋਗ ਮੰਗਦੀ ਹੈ ਤੇ ਹੁਣ ਲਾਵਾਂ ਦਾ ਪਾਠ ਸ਼ੁਰੂ ਕਰੋ। ਉਹ ਇਸ ਤਰ੍ਹਾਂ ਦੇ ਨਾਲ ਇਹ ਅਸਲ ਦੇ ਵਿੱਚ ਤਾਂ ਇਹ ਅਸਲੀ ਜਿਹੜਾ ਹੁੰਦਾ ਹੈ, ਇਹਨੂੰ ਆਪਾਂ ਚਲੋ ਹੁਣ ਵਰਤਦੇ ਹਾਂ ਆਨੰਦ ਕਾਰਜ ਕਰਨ ਵਾਸਤੇ, ਜਿਵੇਂ ਆਨੰਦ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਾਣੀ ਹੈ, ਤਾਂ ਸਾਰੀ ਤੁਰਕੀ ਬਾਣੀ ਹੈ। ਹਾਂਜੀ। ਇਸ ਵਾਸਤੇ ਇਹਦਾ ਅਸਲ ਦੇ ਵਿੱਚ ਜਦੋਂ ਇੱਕ ਦੋ ਸਰੀਰਾਂ ਦਾ ਮੇਲ ਨਹੀਂ ਹੁੰਦਾ, ਧਨ ਫਿਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਗਈਆ ਸੋਏ। ਉਹ ਅਸਲ ਦੇ ਵਿੱਚ ਕਿਉਂਕਿ ਸਾਰਿਆਂ 'ਚ ਇੱਕੋ ਜੋਤ ਹੈ। ਜੇ ਇਹਨੂੰ ਖੁਸ਼ੀ ਦਾ ਕਾਰਜ ਬਣਾਉਣਾ ਹੈ, ਇਹਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਿਵੇਂ ਪੀਰ ਨੇ ਦੌਲੇ ਸ਼ਾਹ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਨਾਲ ਕਿਵੇਂ ਹੋ ਸਕਦਾ ਵੀ ਇਹ ਜਿਵੇਂ ਨਾਲ ਔਰਤ ਹੋਵੇ। ਮਹਾਰਾਜ ਕਹਿੰਦੇ ਇਹ ਅਸਲ ਦੇ ਵਿੱਚ ਇਹੀ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਔਰਤ ਅਮਾਨ ਦੌਲਤ ਗੁਜਰਾਨ ਪੁੱਤਰ ਨਿਸ਼ਾਨ ਪੀਰ ਨਾ ਹਿੰਦੂ ਨਾ ਮੁਸਲਮਾਨ। ਪੀਰ ਦੀ ਕੋਈ ਜਾਤ ਨਹੀਂ ਹੁੰਦੀ। ਇਸ ਕਰਕੇ ਇਹ ਰੂਹ ਦਾ ਮਿਲਾਪ ਹੈ। ਇਹ ਇੱਕ ਜਿਵੇਂ ਔਰਤ ਹੈ, ਇਹ ਅਮਾਨ ਹੈ। ਬੰਦਾ ਜਦ ਤੱਕ ਆਪਣਾ ਅਮਾਨ ਨਹੀਂ ਰੱਖਦਾ, ਏਕਾ ਨਾਰ ਸਦਾ ਜਤੀ ਪਰ ਨਾਰੀ ਮਾਂ ਧੀ ਭੈਣ ਵਖਾਣਾ, ਉਹ ਅਸਲ ਦੇ ਵਿੱਚ ਇਸ ਅਸੂਲ ਤੇ ਨਹੀਂ ਚੱਲਦਾ, ਬਰਮਚਰੀਆ ਨਹੀਂ ਧਾਰਨ ਕਰਦਾ। ਫਿਰ ਇਸ ਤਰ੍ਹਾਂ ਦੇ ਨਾਲ ਉਸ ਬਰਮ ਦੇ ਨਾਲ ਮਿਲਾਪ ਨਹੀਂ ਹੁੰਦਾ, ਜਿੱਥੇ ਜਾ ਕੇ ਬਰਮ ਦੀਸੈ ਬਰਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਾਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀ। ਅਸਲ ਦੇ ਵਿੱਚ ਹਰ ਗੱਲ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਉਸ ਪਰਮੇਸ਼ਰ ਨਾਲ ਜੁੜਨ ਦੀ ਜੁਗਤ ਦਰਸਾਈ ਹੈ ਜੀ। ਤੇ ਅਸੀਂ ਚਾਹੁੰਦੇ ਹਾਂ ਕਿ 4 ਅਵਸਥਾਵਾਂ ਦੇ ਬਾਰੇ ਆਪ ਜੀ ਨੇ ਦੱਸਿਆ ਕਿ 4 ਅਵਸਥਾਵਾਂ ਦੇ ਵਿੱਚ ਪੜਾਅ ਦਰ ਪੜਾਅ ਕਿਸ ਤਰ੍ਹਾਂ ਆਤਮਾ ਦਾ ਪਰਮਾਤਮਾ ਦੇ ਨਾਲ ਜਿਹੜਾ ਮੇਲ ਹੈ, ਤੇ ਅਸੀਂ ਗੁਰਮਤਿ ਮਰਿਆਦਾ ਦੇ ਵਿੱਚ ਉਹਨਾਂ ਬਾਣੀ ਦਾ ਸਹਾਰਾ ਲੈ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਹਾਰਾ ਲੈ ਕੇ ਆਪਣਾ ਜੀਵਨ ਜਿਹੜਾ ਗ੍ਰਸਤ ਦਾ ਸ਼ੁਰੂ ਕਰਦੇ ਹਾਂ। ਤੇ ਅਸੀਂ ਆਪ ਜੀ ਦੇ ਮੁਖਾਰ ਬਿੰਦ ਤੋਂ ਅਸੀਂ ਇਹ ਵੀ ਚਾਹਾਂਗੇ ਕਿ ਆਪ ਸੰਗਤਾਂ ਨੂੰ ਜਿਹੜੀ ਗ੍ਰਸਤ ਜੀਵਨ ਹੈ, ਇਹਦੇ ਵਿੱਚ ਕਿਸ ਤਰ੍ਹਾਂ ਅਸੀਂ ਵਧੀਆ ਢੰਗ ਦੇ ਨਾਲ ਇਹਨੂੰ ਜੀ ਸਕਦੇ ਹਾਂ। ਤੇ ਜੇਕਰ ਕਿਤੇ ਕਈ ਵਾਰ ਕਿਉਂਕਿ ਮੋਸਟਲੀ ਇਹ ਹੁੰਦਾ ਜੀ ਕਿ ਵਿਚਾਰਾਂ ਦਾ ਮਤਭੇਦ ਹੋਣ ਕਰਕੇ, ਜਿਹੜੀ ਆਪਸੀ ਮਿਸਅੰਡਰਸਟੈਂਡਿੰਗ ਕਰਕੇ ਕਈ ਵਾਰ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ। ਪਰ ਅਸੀਂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਖੜ ਕੇ ਪ੍ਰਣ ਕਰਕੇ ਫਿਰ ਇਹੋ ਜਿਹੀਆਂ ਗੱਲਾਂ ਕਰਦੇ ਹਾਂ, ਉਹ ਫਿਰ ਦਰਗਾਹ ਦੇ ਵਿੱਚ ਕਿੱਥੇ ਮਹਾਰਾਜ ਸਾਨੂੰ ਮਾਫ ਕਰਨਗੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਆਪ ਜੀ ਗੁਰਬਾਣੀ ਦੇ ਗੁਰਮਤਿ ਵਿਚਾਰਧਾਰਾ ਅਨੁਸਾਰ ਜੀਵਨ ਜਿਹੜਾ ਗ੍ਰਸਤ ਦਾ ਉਹ ਸੁਖਾਲਾ ਹੋ ਜਾਵੇ, ਜਿਸ ਦੇ ਨਾਲ ਜਿਹੜੇ ਆਪਸੀ ਵਿਚਾਰਧਾਰਕ ਮਤਭੇਦ ਆ ਉਹ ਖਤਮ ਹੋ ਜਾਣ। ਇਸ ਵਾਸਤੇ ਤਾਂ ਇੱਕੋ ਹੀ ਹੁੰਦਾ ਹੈ, ਜਿਵੇਂ ਕਿ ਆਪਾਂ ਰੋਜ਼ ਸੁਖਮਨੀ ਸਾਹਿਬ 'ਚ ਵੀ ਪੜ੍ਹਦੇ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ। ਅਸਲ 'ਚ ਜਦੋਂ ਉਹਦੀ ਯਾਦ ਬਣੂਗੀ, ਉਹਦੇ ਨਾਲ ਅਸੀਂ ਸਿਮਰਨ 'ਚ ਜੁੜਾਂਗੇ, ਫਿਰ ਜਿੰਨੇ ਵੀ ਸਾਡੇ ਕਲ 'ਚ ਪੈ ਜਾਂਦੀਆਂ ਕਲਾ ਕਲੇਸ਼ ਸਾਰੇ ਦੂਰ ਹੋ ਜਾਂਦੇ ਨੇ। ਇਸ ਵਾਸਤੇ ਲੋੜ ਪੈਂਦੀ ਹੈ ਆਸਾ ਇਸ਼ਟ ਉਪਾਸਨਾ ਖਾਨ ਪਾਨ ਪਹਿਰਾਨ ਇੱਕ ਹੋਵੇ। ਜਦੋਂ ਅਸੀਂ ਇਹ ਦੇਖਦੇ ਹਾਂ ਜੇ ਜ਼ਰੂਰੀ ਹੈ, ਜੇ ਤੁਹਾਡਾ ਇੱਕ ਉਪਾਸਨਾ ਇਸ਼ਟ ਨਹੀਂ ਇੱਕ, ਜਿਵੇਂ ਆਪਣਾ ਇਸ਼ਟ ਗੁਰੂ ਗ੍ਰੰਥ ਸਾਹਿਬ ਹੈ, ਇਸੇ ਵਾਸਤੇ ਪਹਿਲਿਆਂ 'ਚ ਇਹ ਕੰਡੀਸ਼ਨ ਹੁੰਦੀ ਸੀ ਕਿ ਜੇ ਆਨੰਦ ਕਾਰਜ ਕਰਾਉਣੇ ਗਿਰਹ ਕਰੇ ਤਾਂ ਧਰਮ ਕਰ। ਪਹਿਲਾਂ ਅੰਮ੍ਰਿਤ ਛਕਿਆ ਹੁੰਦਾ ਕਿ ਫਿਰ ਉਸ ਤੋਂ ਬਾਅਦ ਉਹਦੇ ਆਨੰਦ ਕਾਰਜ ਹੁੰਦੇ, ਕਿਉਂਕਿ ਸਟੈਪ ਬਾਏ ਸਟੈਪ ਚੱਲਦਾ ਹੈ। ਜਨਮ ਸੰਸਕਾਰ ਤੋਂ ਬਾਅਦ ਅੰਮ੍ਰਿਤ ਸੰਸਕਾਰ ਹੈ। ਅੰਮ੍ਰਿਤ ਛਕਣਾ ਇੱਕ ਤਰ੍ਹਾਂ ਦੇ ਨਾਲ ਗੁਰੂ ਵਾਲੇ ਬਣਨਾ ਹੁੰਦਾ। ਜਦੋਂ ਦੋਨੇ ਉਹ ਰਹਿਤਾ ਰੱਖਣਗੇ, ਉਸ ਦੇ ਅਸੂਲਾਂ ਨੂੰ ਅਪਣਾਉਣਗੇ, ਫਿਰ ਆਪੇ ਹੀ ਕਹਿੰਦੇ ਫਿਰ ਉਹ ਦੋਨਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਰਹਿੰਦੀ ਹੈ, ਖੁਸ਼ੀ ਦਾ ਕਾਰਜ ਬਣ ਜਾਂਦਾ, ਆਨੰਦ ਦਾ, ਖੁਸ਼ੀ ਦਾ ਹੋ ਜਾਂਦਾ। ਇਹੀ ਜਿਹੜੀ ਸਟ੍ਰੈਸਫੁੱਲ ਲਾਈਫ ਹੈ, ਇਹੀ ਜੋਇਫੁੱਲ ਹੋ ਜਾਂਦੀ ਹੈ ਜੀ। ਤੇ ਸੱਚੇ ਪਾਤਸ਼ਾਹ ਜੀ ਦੇ ਬਾਬਾ ਜੀ ਨੇ ਜਿਹੜਾ ਪ੍ਰਵਚਨ ਕੀਤਾ ਕਿ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਸਮਝਣਾ, ਗੁਰੂ ਪਾਤਸ਼ਾਹ ਜੀ ਦੇ ਉੱਪਰ ਭਰੋਸਾ ਰੱਖਣਾ। ਤੇ ਬਾਬਾ ਜੀ ਜਾਂਦੇ ਜਾਂਦੇ ਅਸੀਂ ਚਾਹੁੰਦੇ ਹਾਂ ਕਿ ਸੰਗਤ ਟੈਲੀਵਿਜ਼ਨ ਦੇ ਜਿਹੜੇ ਦਰਸ਼ਕ ਨੇ ਉਹਨਾਂ ਲਈ ਆਪ ਜੀ ਕੀ ਸੁਨੇਹਾ ਜਾਂ ਪ੍ਰਵਚਨ ਕਰਨਾ ਚਾਹੋਗੇ? ਸੰਗਤ ਜੋ ਟੈਲੀਵਿਜ਼ਨ ਚੱਲਦਾ ਹੈ,
ਇਹਨਾਂ ਦਾ ਸੰਬੰਧ ਅਸੀਂ ਜਦੋਂ ਵੀ ਇੰਗਲੈਂਡ ਵੀ ਜਾਂਦੇ ਉੱਥੇ ਵੀ ਉਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਐਡੀਟਰ ਨੇ ਉਹਨਾਂ ਨਾਲ ਇੰਟਰਵਿਊ ਹੋਈ ਹੈ, ਕਾਫੀ ਉਹਨਾਂ ਨੇ ਲੰਬੀਆਂ ਵਿਚਾਰਾਂ ਕੀਤੀਆਂ। ਜੀ ਤੇ ਇਸੇ ਤਰ੍ਹਾਂ ਜਦੋਂ ਵੀ ਦੇਖਿਆ ਕਿ ਜਦੋਂ ਵੀ ਕੋਈ ਨੈਚੁਰਲ ਕਲੈਮਿਟੀ ਆਉਂਦੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਅਸੀਂ ਨੇਪਾਲ 'ਚ ਗਏ ਹੋਏ ਸੀ, ਉੱਥੇ ਵੀ ਇਹ ਸੰਗਤ ਟੈਲੀਵਿਜ਼ਨ ਵਾਲੇ ਮਿਲੇ, ਕਿੰਨਾ ਫੰਡ ਇਹਨਾਂ ਦਾ ਉੱਥੇ ਇਕੱਠਾ ਹੋਇਆ, ਇਹਨਾਂ ਨੇ ਫਿਰ ਉੱਥੇ ਲਾਇਆ। ਸੋ ਇਸੇ ਤਰ੍ਹਾਂ ਦੇ ਨਾਲ ਹੋਰ ਵੀ ਇਹ ਪਰਉਪਕਾਰ ਦੇ ਕਾਰਜ ਸੰਗਤ ਦੇ ਸਹਿਯੋਗ ਨਾਲ ਇਹਨਾਂ ਵੱਲੋਂ ਹੋ ਰਹੇ ਨੇ। ਸਾਡੀ ਤਾਂ ਇਹ ਦਿਲੀ ਹੀ ਅਰਦਾਸ ਹੈ ਕਿ ਸੰਗਤ ਟੈਲੀਵਿਜ਼ਨ ਰੋਲ ਧਾਰਮਿਕ ਟੈਲੀਵਿਜ਼ਨ, ਨਹੀਂ ਤਾਂ ਤੁਸੀਂ ਦੇਖਦੇ ਹੋ ਵਿਊਜ਼ ਲੈਣ ਵਾਸਤੇ ਇਹਦੀ ਵਧਾਉਣ ਵਾਸਤੇ ਕਿੰਨਾ ਕੁਝ ਕਰਦੇ ਨੇ, ਪਰ ਇਹਨਾਂ ਦਾ ਦੇਖਿਆ ਉੱਥੇ ਵੀ ਬਹੁਤ ਸੋਹਣਾ ਇੰਗਲੈਂਡ ਦੇ ਵਿੱਚ ਬਰਮਿੰਘਮ ਬਹੁਤ ਵੱਡਾ ਯੋਗਦਾਨ ਹੈ ਸਮਾਜ ਦੇ ਸੇਧ ਦੇਣ ਵਾਸਤੇ, ਤੇ ਨਰੋਲ ਧਾਰਮਿਕ ਹੋਣ ਕਰਕੇ ਇਸ ਗੱਲ ਦੇ ਵਧਾਈ ਦੇ ਪਾਤਰ ਨੇ। ਤੇ ਸਾਡੀ ਤਾਂ ਦਿਲੀ ਅਰਦਾਸ ਹੈ ਕਿ ਪਾਤਸ਼ਾਹ ਇਸ ਚੈਨਲ ਨੂੰ ਦਿਨ ਰਾਤ ਦੁੱਗਣੀ ਚੌਗਣੀ ਤਰੱਕੀਆਂ ਬਖਸ਼ਿਸ਼ ਕਰੇ। ਸੋ ਇਹ ਦਿਲੀ ਅਰਦਾਸ ਸਤਿਗੁਰੂ ਜੀ ਪ੍ਰਵਾਨ ਕਰਨ। ਤੇ ਗੁਰੂ ਪਿਆਰਿਓ, ਮਹਾਂਪੁਰਖਾਂ ਨੇ ਕੀਮਤੀ ਸਮਾਂ ਦਿੱਤਾ ਜੀ, ਬਹੁਤ ਬਹੁਤ ਸ਼ੁਕਰਾਨੇ ਜੀ। ਤੇ ਅੰਤ ਦੇ ਵਿੱਚ ਸਭਨਾ ਸੰਗਤਾਂ ਨੂੰ ਤੇ ਬਾਬਾ ਜੀ ਆਪ ਜੀ ਨੂੰ ਵੀ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੇ ਉੱਪਰ ਕੋਟਨ ਕੋਟ ਮੁਬਾਰਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ।